हम अपराधी सद भूलते, तुम बख्शन हारे। धूप दीप कृत साज आरती, बारने जाओ कमलापति। मंगला हर मंगला नित मंगल, राजा राम राय को रहाओ। ऊतम दियरा निर्मल बत्ती, तुम्हीं निरंजन कमला पति। रामा भगत रामानंद नंद, पूर्ण परमानंद बखानै। मदन मूर्त पहतार गोबिंदे, सैन भणै भज परमानंदे। मदन मूरत पहतार गोबिंदे, सैन भणे भज परमानंदे। गुरा एक देह बुझाई, सबना जियां का एक दाता। सो मैं विसर ना जाई। परम सन्मानयोग जुगो जुग अटल, चवर छतर तख्त दे मालक। साहिब सतगुरु श्री गुरु ग्रंथ साहिब महाराज साहिब जी दी पावन पवित्र हजूरी दे अंदर आप जी पिछलेरे कई दिनों तो संध्या वेले दे दीवाना दे विच हाज़री कर रहे हो। पिछले दीवाना दे विच आपां धन गुरु गोबिंद सिंह साहिब महाराज तिन्हां दे लख ते जिगर, तिन्हां दी शहादत दी विचार कीती है। ते अज दा ये पावन पवित्र दीवान, इस दे विच भगत श्री सैन जी महाराज तिन्हां दे जन्म दी, तिन्हां दी अमृतमई बाणी, इस दी विचार दे नाल सांझ पावांगे। उस तो पहला आप जिन्ने भी शरीर गुरु चरनां विच जुड़ करके बैठे हो, साडा मन साडी सुरत गुरु की बाणी नूं, गुरु के शब्द नूं सुनने वास्ते तैयार हो सके। 2 मिनट वास्ते आपां वाहिगुरु गुरमंत्र है, गुरमंत्र का सिमरन करके उपरंत आपां गुरमत विचारां की आरंभता करते हाँ। आप करो कृपा, उच्चारण करो जी। वाहिगुरु 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 वाहिगुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਆਪਾਂ ਰੋਜ਼ ਦਰਸ਼ਨ ਦੀਦਾਰੇ ਕਰਦੇ ਹਾਂ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪੜ੍ਹ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਆਪਾਂ ਸਫਲ ਯਤਨ ਕਰ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕੁੱਲ 35 ਮਹਾਂਪੁਰਖਾਂ ਦੇ ਬਚਨ ਹੈ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 35 ਮਹਾਂਪੁਰਖ, 35 ਮਹਾਂਪੁਰਸ਼, ਉਹਨਾਂ ਦੇ ਅੰਮ੍ਰਿਤਮਈ ਬਚਨ, ਜਿਨ੍ਹਾਂ ਦੇ ਵਿੱਚ 6 ਗੁਰੂ ਸਾਹਿਬਾਨ, 11 ਭੱਟ, 3 ਸਿੱਖ ਤੇ 15 ਭਗਤ ਹੈ। ਜਦੋਂ ਆਪਾਂ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ, ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜੋ ਸਾਨੂੰ ਗਿਆਨ ਮਿਲਦਾ ਹੈ, ਤੇ ਭਗਤ ਸਾਹਿਬਾਨ ਆਪਣੀ ਰਚਨਾ ਦੇ ਅੰਦਰ ਖੁਦ ਇਹ ਗੱਲ ਲਿਖਦੇ ਨੇ ਕਿ ਜਿਹੜਾ ਸਮਾਜ ਹੈ ਇਹ ਕਿੰਨੀ ਕੁ ਗਿਰਾਵਟ ਦੇ ਵਿੱਚ ਗਿਰਿਆ ਹੋਇਆ ਸੀ। ਸਮਾਜ ਸਾਧ ਸੰਗਤ ਦੁੱਧ ਪੀਣ ਲੱਗੇ, ਦਹੀਂ ਖਾਣ ਲੱਗੇ, ਲੱਸੀ ਪੀਣ ਲੱਗੇ। ਇਸ ਸਮਾਜ ਨੇ ਕਦੇ ਪਸ਼ੂ ਦੀ ਜਾਤ ਨਹੀਂ ਪੁੱਛੀ ਹੈ, ਪਰ ਜਦੋਂ ਸਮਾਜ ਵਿੱਚ ਲੋਕ ਵਿਚਰ ਰਹੇ ਸੀ, ਲੈਣ ਦੇਣ ਹੋ ਰਿਹਾ ਸੀ, ਤੇ ਇਸ ਸਮਾਜ ਨੇ ਸਭ ਤੋਂ ਵੱਡਾ ਸਾਧ ਸੰਗਤ ਵਿਤਕਰਾ ਖੜਾ ਕੀਤਾ, ਉਹ ਹੈ ਜਾਤ ਪਾਤ ਦਾ। ਅਸਲ ਵਿੱਚ ਸਾਡੇ ਵਿੱਚ ਇਸ ਹਿੰਦੁਸਤਾਨ ਦੇ ਵਿੱਚ ਸਾਧ ਸੰਗਤ ਮਨੂ ਸਿਮਰਤੀ ਇੱਕ ਗ੍ਰੰਥ ਹੋਇਆ ਹੈ, ਉਸ ਦੇ ਮੁਤਾਬਕ ਇਸ ਪੂਰੀ ਕਾਇਨਾਤ ਨੂੰ, ਇਸ ਸਮਾਜ ਨੂੰ ਸਾਧ ਸੰਗਤ ਉਹਨੇ 4 ਵਰਨਾਂ ਦੇ ਵਿੱਚ ਵੰਡਿਆ ਹੈ, ਜਿਹਦੇ ਵਿੱਚ ਖੱਤਰੀ, ਬ੍ਰਾਹਮਣ, ਸੂਦ, ਵੈਸ਼। ਤੇ ਇਹ ਲੋਕ ਮੰਨਦੇ ਹਨ ਕਿ ਜਿਹੜਾ ਬ੍ਰਾਹਮਣ ਹੈ ਉਹ ਬ੍ਰਹਮਾ ਜੀ ਦੇ ਮਸਤਕ ਦੇ ਵਿੱਚੋਂ ਪੈਦਾ ਹੋਇਆ ਹੈ, ਤੇ ਜਿਹੜਾ ਖੱਤਰੀ ਹੈ ਉਹ ਬ੍ਰਹਮਾ ਜੀ ਦੀਆਂ ਭੁਜਾਂ ਦੇ ਵਿੱਚੋਂ, ਬਾਹਾਂ ਦੇ ਵਿੱਚੋਂ ਪੈਦਾ ਹੋਇਆ ਹੈ, ਤੇ ਜਿਹੜਾ ਵੈਸ਼ ਹੈ ਉਹ ਬ੍ਰਹਮਾ ਜੀ ਦੇ ਲੱਤਾਂ ਦੇ ਵਿੱਚੋਂ, ਪੱਟਾਂ ਦੇ ਵਿੱਚੋਂ ਪੈਦਾ ਹੋਇਆ ਹੈ, ਤੇ ਜਿਹੜਾ ਸ਼ੂਦਰ ਹੈ
ਉਹ ਬ੍ਰਹਮਾ ਜੀ ਦੇ ਪੈਰਾਂ ਦੇ ਵਿੱਚੋਂ ਪੈਦਾ ਹੋਇਆ ਹੈ। ਇਹ ਆਖਦੇ ਹਨ ਕਿ ਕੋਈ ਵੀ ਸਿਆਣਾ ਮਨੁੱਖ, ਕੋਈ ਵੀ ਗਿਆਨਵਾਨ ਮਨੁੱਖ ਕਦੇ ਵੀ ਪੈਰਾਂ ਨੂੰ, ਜੁੱਤੀ ਨੂੰ ਆਪਣੇ ਸਿਰ ਦੇ ਉੱਪਰ ਨਹੀਂ ਚੱਕ ਕੇ ਰੱਖਦਾ। ਤੇ ਇਸ ਕਰਕੇ ਇਹਨਾਂ ਨੇ, ਜਿਹੜਾ ਸ਼ੂਦਰ, ਇਹ ਗ੍ਰੰਥ ਆਖਦੇ ਹੈ ਕਿ ਬ੍ਰਹਮਾ ਦੇ ਪੈਰਾਂ ਦੇ ਵਿੱਚੋਂ ਪੈਦਾ ਹੋਇਆ ਤੇ ਇਹਨਾਂ ਤਿੰਨਾਂ ਜਾਣਿਆਂ ਨੇ ਸ਼ੂਦਰ ਨੂੰ ਦੁਰਕਾਰ ਦਿੱਤਾ। ਬਹੁਤ ਸਾਰੀਆਂ ਸਾਧ ਸੰਗਤ ਜਾਤਾਂ ਹੈ, ਗਿਣਤੀ ਕਰੀਏ ਤਾਂ ਬਹੁਤ ਬਣ ਜਾਣੀਆਂ ਹੈ ਜੀ, ਜਿਨ੍ਹਾਂ ਨੂੰ ਇਹ ਲੋਕ ਆਖਦੇ ਸੀ ਕਿ ਇਹ ਸ਼ੂਦਰ ਹੈ, ਇਹ ਸਾਡੇ ਘਰ ਵਿੱਚ ਨਹੀਂ ਬੈਠ ਸਕਦੇ, ਇਹ ਸਾਡੇ ਨਾਲ ਖਾ ਨਹੀਂ ਸਕਦੇ, ਇਹ ਸਾਡੇ ਖੂਹਾਂ ਤੇ, ਸਾਡੇ ਤਲਾਬਾਂ ਤੇ ਪਾਣੀ ਨਹੀਂ ਪੀ ਸਕਦੇ, ਸਾਡੇ ਪਾਣੀ ਵਾਲੇ ਸਰੋਤਾਂ ਤੇ ਆ ਨਹੀਂ ਸਕਦੇ ਹੈ। ਹਰ ਪਾਸੇ ਤੋਂ ਸਾਧ ਸੰਗਤ ਇਹੋ ਜਿਹੀ ਨਰਾਦਰੀ ਕੀਤੀ ਗਈ, ਇਹੋ ਜਿਹੀ ਘਿਰਣਾ ਕੀਤੀ ਗਈ ਕਿ ਬਹੁਤ ਲੋਕ, ਸਾਧ ਸੰਗਤ, ਇਸ ਜਿਲਤ ਤੋਂ ਪਰੇਸ਼ਾਨ ਹੋ ਕੇ ਕਈਆਂ ਨੇ ਤਾਂ ਇਨਸਾਨੀਅਤ ਤੋਂ, ਮਨੁੱਖਤਾ ਤੋਂ ਆਪਣਾ ਮੁੱਖ ਹੀ ਮੋੜ ਲਿਆ ਸੀ। ਪਰ ਸ਼ੁਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜੋ ਕਿ ਅੱਜ ਵੀ ਸਾਨੂੰ ਸਾਧ ਸੰਗਤ ਇਸ ਜਿਲਤ ਭਰੇ ਜੀਵਨ ਦੇ ਵਿੱਚੋਂ ਕੱਢ ਕੇ ਸਾਨੂੰ ਗਿਆਨ ਬਖਸ਼ਦੇ ਹੈ, ਸਾਨੂੰ ਰੋਸ਼ਨੀ ਬਖਸ਼ਦੇ ਹੈ। ਮਹਾਰਾਜ ਜੀ ਆਖਦੇ ਨੇ, ਕਹਿੰਦੇ ਜੇ ਕੋਈ ਅਸਲ ਵਿੱਚ ਨੀਵਾਂ ਹੈ ਨਾ ਕੋਈ ਦੁਨੀਆ ਦੇ ਵਿੱਚ, ਜੇ ਵਾਕਈ ਕੋਈ ਬੰਦਾ ਨੀਵਾਂ ਹੈ, ਜਾਤ ਕਰਕੇ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨੀਵਾਂ ਕਿਹਨੂੰ ਆਖਿਆ ਹੈ? ਕਿਹੜਾ ਮਨੁੱਖ ਸਾਧ ਸੰਗਤ ਜਿਹਦੇ ਨਾਲ ਸਾਡਾ ਮਿਲ ਵਰਤਨ ਨਹੀਂ ਹੋਣਾ ਚਾਹੀਦਾ? ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਮਹਾਰਾਜ ਕਹਿੰਦੇ, ਆਵਨ ਆਏ ਸ੍ਰਿਸ਼ਟ ਮੈਂ, ਬਿਨ ਬੂਝੇ ਪਸ ਢੋਰ, ਨਾਨਕ ਗੁਰਮੁਖ ਸੋ ਬੁਝੈ, ਜਾ ਕੈ ਭਾਗ ਮਥੋਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ, ਜਿਹੜਾ ਮਨੁੱਖ ਇਸ ਸ੍ਰਿਸ਼ਟ ਵਿੱਚ ਪੈਦਾ ਹੋਇਆ ਹੈ, ਜਿਹਦਾ ਜਨਮ ਹੋਇਆ ਹੈ, ਆਵਨ ਆਏ ਸ੍ਰਿਸ਼ਟ ਮਹਿ, ਜੇ ਉਹਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਪਰਮਾਤਮਾ ਦੀ ਇਬਾਦਤ ਨਹੀਂ ਕੀਤੀ, ਬਿਨ ਬੂਝੇ ਪਸ ਢੋਰ, ਮਹਾਰਾਜ ਕਹਿੰਦੇ ਅਸਲ ਵਿੱਚ ਫਿਰ ਉਹ ਮਨੁੱਖ ਨੀਵਾਂ ਹੈ। ਉਹਦੀ ਬਿਰਤੀ ਮਹਾਰਾਜ ਕਹਿੰਦੇ ਪਸ਼ੂਆਂ ਦੀ ਤਰ੍ਹਾਂ ਹੈ, ਢੋਰਾਂ ਦੀ ਤਰ੍ਹਾਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੇ ਉਸ ਨੂੰ ਨੀਵਾਂ ਆਖਿਆ ਜਿਹੜਾ ਸਾਧ ਸੰਗਤ ਪਰਮਾਤਮਾ ਦੇ ਗਿਆਨ ਤੋਂ ਵਾਂਝਾ ਹੈ, ਜਿਹੜਾ ਪਰਮਾਤਮਾ ਦੀ ਭਗਤੀ ਤੋਂ ਵਾਂਝਾ ਹੈ। ਤੇ ਜਦੋਂ ਆਪਾਂ ਸਤਿਗੁਰਾਂ ਦੇ ਪਾਵਨ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਵੀ ਜਿਹਨੂੰ ਲੋਕ ਆਖਦੇ ਸੀ ਵੀ ਇਹ ਨੀਵੀਂ ਜਾਤ ਹੈ, ਇਹ ਨੀਵੀਂ ਜਾਤ ਵਾਲੇ ਹੈ, ਇਹਨਾਂ ਦਾ ਸਾਡੇ ਵਿੱਚ ਬੈਠਣ ਦਾ ਹੱਕ ਕੋਈ ਨਹੀਂ ਹੈ, ਜਦੋਂ ਉਹਨਾਂ ਨੇ ਆਪਣੀ ਸੁਰਤ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ, ਕਹਿੰਦੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਉੱਤਮ ਪਦਵੀ ਪ੍ਰਾਪਤ ਹੋਈ ਹੈ। ਅੱਗੇ ਉਦਾਹਰਨ ਦਿੰਦੇ ਨੇ, ਸਾਨੂੰ ਸਮਝਾ ਰਹੇ ਹੈ, ਕਹਿੰਦੇ, ਪੁੱਛੋ ਬੇਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਕਹਿੰਦੇ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ, ਆਪਣੇ ਇਤਿਹਾਸ ਨੂੰ ਦੇਖਣਾ ਚਾਹੁੰਦੇ ਹੋ, ਆਪਣੇ ਪਿਛੋਕੜ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਫਿਰ ਕੰਮ ਕਰੋ। ਕਹਿੰਦੇ ਜਿਹਨੂੰ ਦੁਰਯੋਧਨ ਆਖਦਾ ਸੀ, ਜਿਹੜਾ ਬਿਦਰ ਹੈ, ਇਹ ਤਾਂ ਦਾਸੀ ਦਾ ਪੁੱਤ ਹੈ, ਨੀਵਾਂ ਹੈ। ਪੁੱਛੋ ਬਿਦਰ ਦਾਸੀ ਸੁਤੈ, ਕਹਿੰਦੇ ਉਸ ਦਾਸੀ ਦੇ ਸੁੱਤ ਨੂੰ, ਪੁੱਤ ਨੂੰ, ਬਿਦਰ ਨੂੰ ਪੁੱਛੋ। ਕਿਸ਼ਨ ਉਤਰਿਆ ਘਰ ਜਿਸ ਜਾਏ, ਸਾਧ ਸੰਗਤ ਜਿਹੜਾ ਦੁਰਯੋਧਨ ਆਖਦਾ ਸੀ ਕਿ ਮੇਰੇ ਕੋਲ ਬਹੁਤ ਵੱਡੇ ਮਹੱਲ ਹੈ, ਮੇਰੇ ਕੋਲ ਖਾਣ ਪੀਣ ਵਾਸਤੇ ਚੰਗਾ ਪਕਵਾਨ ਹੈ, ਮੇਰੇ ਕੋਲ ਆਰਾਮ ਕਰਨ ਵਾਸਤੇ ਚੰਗੇ ਮਖਮਲੀ ਬਿਸਤਰ ਹੈ,
ਤੇ ਸਤਿਗੁਰੂ ਗੁਰੂ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਆਖਦੀ ਹੈ, ਕਹਿੰਦੇ ਭਗਵਾਨ ਕ੍ਰਿਸ਼ਨ ਨੇ ਸਾਧ ਸੰਗਤ ਦੁਰਜੋਧਨ ਦੇ ਮਹੱਲ ਛੱਡ ਕੇ, ਦੁਰਜੋਧਨ ਦੇ ਘਰ ਦੀ ਖੀਰ ਛੱਡ ਕੇ, ਦੁਰਜੋਧਨ ਦੇ ਘਰ ਦਾ ਦੁੱਧ ਛੱਡ ਕੇ, ਸਾਰੇ ਸੁੱਖ ਛੱਡ ਕੇ ਸਾਧ ਸੰਗਤ ਭਗਵਾਨ ਕ੍ਰਿਸ਼ਨ ਜੀ ਬਿਦਰ ਦੇ ਘਰੇ ਗਏ ਆ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆ ਤਾਂ ਸਤਿਗੁਰੂ ਜੀ ਨੇ ਇਸ ਪ੍ਰਥਾਏ ਨਿਰਣਾ ਕੀਤਾ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਰਾਜਨ ਕੌਣ ਤੁਮਾਰੇ ਆਵੇ, ਜੈਸਾ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ। ਪਰਮਾਤਮਾ ਉਹਦੇ ਕੋਲ ਆਂਦਾ ਹੈ ਜਿਹਦੇ ਅੰਦਰ ਭਾਉ ਹੈ। ਇੱਥੇ ਭਾਉ ਦਾ ਅਰਥ ਹੈ ਪ੍ਰੇਮ, ਇੱਥੇ ਭਾਉ ਦਾ ਅਰਥ ਹੈ ਸ਼ਰਧਾ। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਲਈ ਪ੍ਰੇਮ ਹੈ, ਪਰਮਾਤਮਾ ਲਈ ਸ਼ਰਧਾ ਹੈ, ਉਹ ਕਿਸੇ ਵੀ ਜਾਤ ਵਿੱਚ ਹੋਵੇ ਜੀ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਰਾਜਨ ਕੌਣ ਤੁਮਾਰੇ ਆਵੇ, ਜੈਸਾ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ। ਜਿਹਨੂੰ ਤੂੰ ਆਖਦਾ ਸੀ ਇਹ ਤਾਂ ਦਾਸੀ ਦਾ ਪੁੱਤਰ ਗਰੀਬ ਹੈ, ਇਹਦੇ ਘਰ ਦੇ ਵਿੱਚ ਹੈ ਕੀ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਆਖਦੀ ਹੈ, ਕਹਿੰਦੇ ਭਗਵਾਨ ਨੂੰ ਉਹ ਗਰੀਬ ਹੀ ਚੰਗਾ ਲੱਗਦਾ ਹੈ। ਇਸੇ ਲਈ ਸਾਧ ਸੰਗਤ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਅਨੇਕਾਂ ਬਚਨ ਕੀਤੇ ਹੈ ਸਾਡੇ ਮਨ ਦੇ ਭੁਲੇਖੇ ਦੂਰ ਕਰਨ ਵਾਸਤੇ। ਮੈਂ ਕੋਸ਼ਿਸ਼ ਕਰਾਂਗਾ ਅੱਜ ਭਗਤ ਜੀ ਦੇ ਜੀਵਨ ਨੂੰ ਵਿਚਾਰਨ ਦੇ ਨਾਲ ਨਾਲ ਸੱਚਾ ਗੁਰਬਾਣੀ ਦਾ ਵੱਧ ਤੋਂ ਵੱਧ ਆਪਾਂ ਓਟ ਸਹਾਰਾ ਲਈਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਮਹਾਰਾਜ ਜੀ ਆਖਦੇ ਨੇ, ਕਹਿੰਦੇ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਨਾ। ਫਿਰ ਧਿਆਨ ਨਾਲ ਸੁਣਿਓ ਜੀ, ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਨਾ। ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਮਲ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, ਕਹਿੰਦੇ ਸੱਜਣਾ ਤੂੰ ਤਾਂ ਲੋਕਾਂ ਦੇ ਵਿੱਚ ਨਫ਼ਰਤ ਪਾ ਕੇ ਬੈਠਾ ਆ, ਇਹ ਤਾਂ ਫਲਾਣੀ ਜਾਤ ਦਾ ਹੈ, ਇਹ ਫਲਾਣੇ ਕਬੀਲੇ ਦੇ ਵਿੱਚੋਂ ਹੈ। ਸਤਿਗੁਰੂ ਪਾਤਸ਼ਾਹ ਆਖਣ, ਕਹਿੰਦੇ ਇੱਕ ਗੱਲ ਯਾਦ ਰੱਖ, ਜਿਹੜਾ ਕੇਸਰ ਹੈ, ਜਦੋਂ ਕੋਈ ਮਨੁੱਖ ਕੇਸਰ ਦੀ ਵਰਤੋਂ ਕਰਦਾ ਹੈ, ਕਹਿੰਦੇ ਕਦੇ ਕੇਸਰ ਦੀ ਵਰਤੋਂ ਕਰਨ ਵਾਲੇ ਨੇ ਕਦੇ ਨਹੀਂ ਪੁੱਛਿਆ ਵੀ ਇਹਨੂੰ ਕਿਹਦੇ ਹੱਥ ਲੱਗੇਗਾ। ਕੇਸਰ ਕੀਮਤੀ ਹੋਣ ਕਰਕੇ, ਮਹਿੰਗਾ ਹੋਣ ਕਰਕੇ, ਵਧੀਆ ਹੋਣ ਕਰਕੇ, ਕੁਆਲਿਟੀ ਹੋਣ ਕਰਕੇ ਉਹਦੇ ਵਿੱਚ ਤੱਤ ਇਹੋ ਜਿਹੇ ਹੈ, ਕਹਿੰਦੇ ਕਦੇ ਕੇਸਰ ਨੂੰ ਕਦੇ ਕਿਸੇ ਨੇ ਪੁੱਛਿਆ ਨਹੀਂ ਵੀ ਤੂੰ ਕਿਹਦੇ ਹੱਥਾਂ ਦੇ ਵਿੱਚੋਂ ਆਇਆ ਹੈ। ਕੇਸਰ ਕੁਸਮ, ਕੁਸਮ ਦਾ ਅਰਥ ਹੈ ਸਾਧ ਸੰਗਤ ਫੁੱਲ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਇੱਕ ਗੱਲ ਦੱਸ ਸੱਜਣਾ, ਵੀ ਜਿਹੜੇ ਫੁੱਲ ਹੈ ਜਦੋਂ ਕੋਈ ਮਨੁੱਖ ਆਪਣੇ ਹੱਥਾਂ ਦੇ ਵਿੱਚ ਫੜਦਾ ਹੈ, ਕਦੇ ਫੁੱਲਾਂ ਨੇ ਵੀ ਆਪਣੇ ਖੁਸ਼ਬੂ ਜਿਹੜੀ ਉਹ ਚੇਂਜ ਕਰ ਦਿੱਤੀ ਹੋਵੇ। ਸਮਝਣ ਤੌਰ ਤੇ ਬੇਨਤੀ ਕਰਾਂ, ਮੰਨ ਕੇ ਚਲੋ ਗੁਲਾਬ ਦਾ ਫੁੱਲ ਹੈ, ਹੁਣ ਗੁਲਾਬ ਦੇ ਫੁੱਲ ਦੋ ਹੋਣ ਸਾਧ ਸੰਗਤ, ਇੱਕ ਫੁੱਲ ਹੋਵੇ ਸੁਨਿਆਰੇ ਦੇ ਹੱਥ ਵਿੱਚ, ਇੱਕ ਫੁੱਲ ਹੋਵੇ ਸਾਧ ਸੰਗਤ ਜੁੱਤੀਆਂ ਗੰਢਣ ਦੇ ਹੱਥ, ਜਿਹੜਾ ਜੁੱਤੀਆਂ ਗੰਢਦਾ ਉਹਦੇ ਹੱਥ ਵਿੱਚ ਹੋਵੇ, ਪਰ ਦੋਨੇ ਫੁੱਲਾਂ ਦੇ ਵਿੱਚੋਂ ਖੁਸ਼ਬੂ ਇੱਕੋ ਜਿਹੀ ਆਵੇਗੀ। ਇਹ ਨਹੀਂ ਹੋ ਸਕਦਾ ਕਿ ਜਿਹੜਾ ਗੁਲਾਬ ਦਾ ਫੁੱਲ ਜੁੱਤੀਆਂ ਗੰਢਣ ਵਾਲੇ ਦੇ ਹੱਥ ਵਿੱਚ ਹੈ ਉਹਦੇ ਵਿੱਚੋਂ ਖੁਸ਼ਬੂ ਕੋਈ ਹੋਰ ਆਵੇ, ਤੇ ਜਿਹੜਾ ਫੁੱਲ ਸੁਨਿਆਰੇ ਦੇ ਹੱਥ ਵਿੱਚ ਹੈ ਉਹਦੇ ਵਿੱਚੋਂ ਕੋਈ ਖੁਸ਼ਬੂ ਹੋਰ ਆਵੇ। ਮਹਾਰਾਜ ਕਹਿੰਦੇ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਨਾ। ਮਿਰਗ ਮੈਂ ਦਾ ਅਰਥ ਹੁੰਦਾ ਸਾਧ ਸੰਗਤ, ਜਿਹੜਾ ਮਿਰਗ ਹੈ ਜੀ ਹਿਰਨ, ਉਹਦੇ ਨਾਭੀ ਦੇ ਅੰਦਰ ਇੱਕ ਕਸਤੂਰੀ ਹੁੰਦੀ ਹੈ ਜੀ। ਕਹਿੰਦੇ ਉਹ ਕਸਤੂਰੀ ਜਿਹਦੇ ਮਰਜ਼ੀ ਤੁਸੀਂ ਹੱਥ ਵਿੱਚ ਫੜਾ ਦਿਓ, ਕੋਈ ਭਾਵੇਂ ਜਾਤ ਕਰਕੇ ਨੀਵਾਂ ਹੋਵੇ ਭਾਵੇਂ ਉੱਚਾ ਹੋਵੇ, ਕਦੇ ਕਸਤੂਰੀ ਨੇ ਨਫ਼ਰਤ ਨਹੀਂ ਕੀਤੀ, ਕਦੇ ਗੁਲਾਬ ਦੇ ਫੁੱਲ ਨੇ ਨਫ਼ਰਤ ਨਹੀਂ ਕੀਤੀ, ਕਦੇ ਕੇਸਰ ਨੇ ਨਫ਼ਰਤ ਨਹੀਂ ਕੀਤੀ। ਉਹਨਾਂ ਨੇ ਆਪਣਾ ਸੁਭਾਅ ਚੇਂਜ ਨਹੀਂ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਬਦਲਾਇਆ ਨਹੀਂ। ਬੰਦਿਆ ਤੂੰ ਤਾਂ
ਤੂੰ ਕਿੱਥੇ ਜਾ ਕੇ ਗਿਰ ਗਿਆ ਹੈ? ਤੂੰ ਅੱਜ ਦੂਸਰੇ ਦੀ ਸ਼ਕਲ ਦੇਖ ਕੇ ਘਿਰਣਾ ਕਰਦਾ ਪਿਆ ਹੈ। ਅੱਜ ਤੂੰ ਦੂਸਰੇ ਦੀ ਜਾਤ ਦੇਖ ਕੇ ਘਿਰਣਾ ਕਰਦਾ ਪਿਆ। ਇਹ ਨੀਵੀਂ ਜਾਤ ਦਾ ਹੈ। ਮਹਾਰਾਜ ਕਹਿੰਦੇ ਯਾਦ ਰੱਖ ਸੱਜਣਾ, ਤੂੰ ਤਾਂ ਫਿਰ ਇਹਨਾਂ ਨਾਲੋਂ ਵੀ ਥੱਲੇ ਗਿਰ ਗਿਆ ਹੈ। ਹੋ ਕੇ ਇਨਸਾਨ, ਤੇਰੇ ਅੰਦਰ ਇਨਸਾਨੀਅਤ ਹੈ, ਇਨਸਾਨ ਹੋ ਕੇ ਮਹਾਰਾਜ ਕਹਿੰਦੇ ਤੇਰੇ ਨਾਲੋਂ ਚੰਗਾ ਤਾਂ ਫਿਰ ਹਿਰਨ ਦੀ ਕਸਤੂਰੀ ਹੈ। ਜੇ ਉਹ ਨਫ਼ਰਤ ਨਹੀਂ ਕਰਦੀ ਹੈ, ਜਿਹਦੇ ਮਰਜ਼ੀ ਹੱਥ ਵਿੱਚ ਚਲ ਜਾਵੇ ਉਹਦੀ ਖੁਸ਼ਬੂ ਇੱਕੋ ਜਿਹੀ ਹੈ। ਉਹ ਸੱਜਣਾ ਤੂੰ ਤਾਂ ਫਿਰ ਕਸਤੂਰੀ ਨਾਲੋਂ ਵੀ ਥੱਲੇ ਗਿਰ ਗਿਆ। ਜੇ ਐਡਾ ਰੋਸ਼ਨ ਦਿਮਾਗ ਲੈ ਕੇ, ਗੁਰਬਾਣੀ ਦਾ ਗਿਆਨ ਲੈ ਕੇ, ਫਿਰ ਵੀ ਤੇਰੇ ਜ਼ਿਹਨ ਦੇ ਅੰਦਰ ਜਾਤਾਂ ਦੇ ਪ੍ਰਤੀ ਨਫ਼ਰਤ ਹੈ, ਮਹਾਰਾਜ ਕਹਿੰਦੇ ਫਿਰ ਯਾਦ ਰੱਖੀ ਤੇਰੇ ਨਾਲੋਂ ਹਿਰਨ ਦੀ ਕਸਤੂਰੀ ਚੰਗੀ ਹੈ। ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜਨਾ, ਚੰਦਨ ਭਗਤਾ ਜੋਤ ਅਨੇਹੀ, ਸਰਬੇ ਪਰਮਲ ਕਰਨਾ। ਕਹਿੰਦੇ ਜਿਵੇਂ ਚੰਦਨ ਆਪਣਾ ਸੁਭਾਅ ਨਹੀਂ ਨਾ ਚੇਂਜ ਕਰਦਾ, ਮਹਾਰਾਜ ਕਹਿੰਦੇ ਰੱਬ ਦੀ ਭਗਤੀ ਕਰਨ ਵਾਲੇ ਵੀ ਚੰਦਨ ਦੀ ਤਰ੍ਹਾਂ ਹੋ ਜਾਂਦੇ ਆ। ਸਾਧ ਸੰਗਤ ਉਹ ਵੀ ਕੀਮਤੀ ਬਣ ਜਾਂਦੇ ਆ। ਅਗਲੀ ਉਦਾਹਰਨ ਸਾਹਿਬ ਜੀ ਨੇ ਦਿੱਤੀ ਹੈ। ਮਹਾਰਾਜ ਆਖਦੇ ਕਹਿੰਦੇ ਘਿਆ ਘੇ ਪਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਬਰਨ ਮਹਿ ਹੋਏ। ਪੁਰਾਣੇ ਸਮੇਂ ਦੇ ਵਿੱਚ ਸਾਧ ਸੰਗਤ ਜਿਹੜਾ ਦੇਸੀ ਘਿਓ ਹੁੰਦਾ ਸੀ ਨਾ ਜੀ, ਤੇ ਪੁਰਾਤਨ ਸਮੇਂ ਦੇ ਵਿੱਚ ਬਹੁਤ ਭਾਂਡੇ ਜਿਹੜੇ ਚੰਮ ਦੇ ਬਣੇ ਹੁੰਦੇ ਸੀ, ਮਾਸ ਦੇ ਸਾਧ ਸੰਗਤ ਬਣੇ ਹੁੰਦੇ ਸੀ। ਚੰਮ ਨੂੰ ਸੁਕਾ ਕੇ, ਪਸ਼ੂਆਂ ਦੇ ਚੰਮ ਨੂੰ ਸੁਕਾਣਾ ਤੇ ਉਹਦੇ ਸਾਧ ਸੰਗਤ ਕਈ ਉਹਨਾਂ ਨੇ ਕੁੱਪੇ ਬਣਾ ਲੈਣੇ। ਤੇ ਤੁਸੀਂ ਦੇਖੋ ਸਾਧ ਸੰਗਤ, ਜਿਹੜੀ ਭਾਈ ਕਨ੍ਹਈਆ ਜੀ ਦੇ ਕੋਲ ਮਸ਼ਕ ਹੈ ਪਾਣੀ ਵਾਲੀ, ਉਹ ਵੀ ਚੰਮ ਦੀ ਬਣੀ ਹੋਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਦੇਸੀ ਘਿਓ ਜਦੋਂ ਚੰਮ ਦੇ ਭਾਂਡੇ ਦੇ ਵਿੱਚ, ਉਸ ਕੁੱਪੇ ਦੇ ਵਿੱਚ ਪੈ ਜਾਵੇ, ਕਦੇ ਘਿਓ ਦੀ ਜਾਤ ਨਹੀਂ ਪੁੱਛੀ, ਘੇ ਪਟ ਭਾਂਡਾ ਕਹਿ ਨਾ ਕੋਏ, ਕਦੇ ਘੇ ਵਰਤਣ ਵਾਲੀ ਨਫ਼ਰਤ ਨਹੀਂ ਕੀਤੀ। ਕਹਿੰਦੇ ਉਹੀ ਘੇ ਉਸ ਚੰਮ ਦੇ ਭਾਂਡੇ ਦੇ ਵਿੱਚ ਹੈ। ਲੋਕ ਉਹੀ ਘੇ ਦੀਆਂ ਦੀਵੇ ਬਾਲ ਕੇ, ਬੱਤੀਆਂ ਬਾਲ ਕੇ ਮਹਾਰਾਜ ਕਹਿੰਦੇ ਰੱਬ ਅੱਗੇ ਆਰਤੀ ਕਰਦੇ ਫਿਰਦੇ ਆ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਘੇ ਪਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਬਰਨ ਮਹਿ ਹੋਏ। ਸ਼ੁਕਰ ਕਰਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਹੜਾ ਅੱਜ ਵੀ ਸਾਨੂੰ ਸਾਧ ਸੰਗਤ ਗਿਆਨ ਦੇ ਕੇ ਸਾਡੇ ਦਿਮਾਗ ਨੂੰ ਰੋਸ਼ਨ ਦਿਮਾਗ ਬਣਾਉਂਦੇ ਹੈ। ਸਾਨੂੰ ਇਹਨਾਂ ਜਾਤਾਂ ਪਾਤਾਂ ਦੇ ਵਿੱਚੋਂ ਕੱਢ ਕੇ ਸਾਨੂੰ ਏਕਤਾ ਦੇ ਵਿੱਚ ਪਾਤਸ਼ਾਹ ਜੀ ਲੈ ਕੇ ਆ ਰਹੇ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਬਚਨ ਕੀਤੇ ਹੈ। ਮਹਾਰਾਜ ਕਹਿੰਦੇ ਬੜੇ ਲੋਕ ਸੀ, ਬੜੀਆਂ ਉਦਾਹਰਨਾਂ ਦਿੱਤੀਆਂ, ਬੜਾ ਸਮਝਾਇਆ, ਪਰ ਜਿਹੜੀ ਅੰਦਰ ਨਫ਼ਰਤ ਸੀ ਨਾ, ਅੰਦਰ ਮੈਲ ਸੀ, ਅੰਦਰ ਜ਼ਹਿਰ ਸੀ, ਉਹ ਕਦੇ ਖਤਮ ਨਹੀਂ ਹੋਈ ਹੈ। ਕਿੰਨਾ ਸਮਾਂ ਸਾਧ ਸੰਗਤ ਹੋ ਗਿਆ, ਕਿੰਨਾ ਇਹ ਚੀਜ਼ਾਂ ਨੂੰ ਆਪਾਂ ਅੱਜ ਕਿੱਥੋਂ ਤੋਂ ਕਿੱਥੇ ਤੱਕ ਪਹੁੰਚ ਗਿਆ। ਅੱਜ ਵੀ ਬਹੁਤ ਲੋਕ ਹੈ ਜਿਹੜੇ ਜਾਤਾਂ ਕਰਕੇ ਸਾਧ ਸੰਗਤ ਅੰਦਰ ਜ਼ਹਿਰ ਬਣਾ ਕੇ ਬੈਠੇ ਹੋਏ ਆ। ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਮਹਾਰਾਜ ਕਹਿੰਦੇ ਇੱਕ ਵਾਰੀ ਕੀ ਹੋਇਆ, ਬ੍ਰਾਹਮਣ ਵੀਰ ਭਗਤ ਰਵਿਦਾਸ ਮਹਾਰਾਜ ਜੀ ਦੇ ਕੋਲ ਗਏ ਤੇ ਜਾ ਕੇ ਸਾਧ ਸੰਗਤ ਆਖਣ ਲੱਗੇ ਵੀ ਤੂੰ ਤਾਂ ਢੋਰ ਹੈ, ਪਸ਼ੂਆਂ ਦਾ ਕੰਮ ਕਰਦਾ ਆ। ਆਪਣੀ ਸੁਰਤ ਨੂੰ ਸਾਧ ਸੰਗਤ ਨੇੜੇ ਕਰਕੇ ਰੱਖਿਓ, ਕੋਸ਼ਿਸ਼ ਕਰਿਓ ਜਿਹੜੀ ਅੱਜ ਦੀ ਵਿਚਾਰ ਹੈ ਸਾਡੇ ਜ਼ਿਹਨ ਵਿੱਚ ਇਹ ਵਸ ਜਾਵੇ। ਸਾਡੇ ਵਿੱਚੋਂ ਜਿਹੜਾ ਜਾਤ ਪਾਤ ਦਾ ਕੀੜਾ ਮੇਰਾ ਪਰਮਾਤਮਾ ਕਰੇ ਕਿਤੇ ਖਤਮ ਹੋ ਜਾਵੇ। ਆਪਾਂ ਸਾਰਿਆਂ ਨਾਲ ਰਲ ਮਿਲ ਕਰਕੇ ਬੈਠ ਕੇ ਸਾਧ ਸੰਗਤ ਦੁੱਖਾਂ ਸੁੱਖਾਂ ਦੀ ਸਾਂਝ ਕਰ ਸਕੀਏ। ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਜਦੋਂ ਬ੍ਰਾਹਮਣ ਵੀਰ ਗਏ ਤੇ ਜਾ ਕੇ ਰਵਿਦਾਸ ਮਹਾਰਾਜ ਨੂੰ ਆਖਣ ਲੱਗੇ, ਕਹਿੰਦੇ ਰਵਿਦਾਸ ਤੈਨੂੰ ਭਗਤੀ ਕਰਨ ਦਾ ਹੱਕ ਕੋਈ ਨਹੀਂ ਹੈ, ਤੈਨੂੰ ਨਾਮ ਜਪਣ ਦਾ ਹੱਕ ਕੋਈ ਨਹੀਂ ਹੈ। ਜਿਵੇਂ ਅੱਜ ਕਈ ਕਹਿੰਦੇ ਤੈਨੂੰ ਤੂੰ ਸਾਡੇ ਗੁਰਦੁਆਰੇ ਨਹੀਂ ਵੜ ਸਕਦਾ, ਇਹ ਸਾਡੀ ਬਰਾਦਰੀ ਦਾ ਗੁਰਦੁਆਰਾ ਹੈ, ਤੇਰਾ ਕੋਈ ਹੱਕ ਨਹੀਂ ਹੈ ਸਾਡੇ ਗੁਰਦੁਆਰੇ ਵੜਨ ਦਾ।
ਇੱਥੇ ਤੱਕ ਕਿ ਮਹਾਰਾਜ ਜੀ ਦੇ ਸਰੂਪ ਵੀ ਸਾਧ ਸੰਗਤ ਗੁਰਦੁਆਰੇ ਵਾਲੇ ਨੇ ਵੰਡੇ ਹੋਏ ਹੈ। ਇੱਕ ਸਰੂਪ ਦੂਸਰੇ ਗੁਰਦੁਆਰੇ ਤੋਂ ਸਾਧ ਸੰਗਤ ਨਹੀਂ ਜਾ ਸਕਦਾ ਹੈ। ਇੱਥੇ ਤੱਕ ਸਾਡੇ ਵਿੱਚ ਅੱਜ ਇੱਕ ਘਿਰਣਾ ਚੱਲਦੀ ਹੈ ਜੀ। ਇੱਕ ਗੁਰਦੁਆਰੇ ਦਾ ਸਰੂਪ, ਜਦ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਕ ਹੈ, ਸਾਰੀ ਬਾਣੀ ਇੱਕ ਹੈ, ਪਰ ਜਾਤਾਂ ਦੇ ਨਾਮ ਦੇ ਉੱਪਰ ਵੰਡੇ ਹੋਏ ਗੁਰਦੁਆਰੇ। ਇੱਕ ਗੁਰਦੁਆਰੇ ਦਾ ਸਰੂਪ ਸਾਧ ਸੰਗਤ ਦੂਜੇ ਪਾਸੇ ਜਾ ਕੇ ਉਹਦੇ ਉੱਪਰ ਪਾਠ ਨਹੀਂ ਹੋ ਸਕਦਾ। ਇਹੋ ਜਿਹਾ ਸਾਡਾ ਸਿਸਟਮ ਬਣਿਆ ਹੋਇਆ ਹੈ। ਤੇ ਜਿਸ ਵਕਤ ਰਵਿਦਾਸ ਮਹਾਰਾਜ ਦੇ ਕੋਲ ਗਏ ਨਾ ਜੀ, ਕਹਿੰਦੇ ਤੂੰ ਨਾਮ ਨਹੀਂ ਜਪ ਸਕਦਾ, ਬੰਦਗੀ ਨਹੀਂ ਕਰ ਸਕਦਾ। ਤੇ ਉਸ ਵਕਤ ਸਾਹਿਬ ਜੀ ਨੇ ਬਚਨ ਕੀਤੇ, ਕਹਿੰਦੇ ਮੇਰੀ ਜਾਤ ਕੁੱਟ ਬਾਂਡਲਾ, ਮੈਂ ਤਾਂ ਕਰਕੇ, ਮੇਰੀ ਜਾਤ ਨੀਵੀਂ ਹੈ, ਮੇਰੀ ਜਾਤ ਕੁੱਟ ਬਾਂਡਲਾ ਢੋਰ ਢਬੰਤਾ, ਮੈਂ ਮਰੇ ਹੋਏ ਪਸ਼ੂਆਂ ਨੂੰ ਢੋ ਕੇ ਉਹਨਾਂ ਦਾ ਚੰਮ ਉਤਾਰ ਕੇ ਮੈਂ ਉਹਦੇ ਨਾਲ ਕੰਮ ਕਰਦਾ, ਇਸ ਕਰਕੇ। ਤੇ ਪਾਤਸ਼ਾਹ ਜੀ ਨੇ ਸਾਧ ਸੰਗਤ ਜਦੋਂ ਭਗਤੀ ਕੀਤੀ ਨਾ ਜੀ ਰਵਿਦਾਸ ਮਹਾਰਾਜ ਜੀ ਨੇ, ਤੇ ਜਿਹੜੇ ਲੋਕ ਆਖਦੇ ਸੀ ਰਵਿਦਾਸ ਮਹਾਰਾਜ ਤੋਂ ਘਿਰਣਾ ਕਰਦੇ ਸੀ, ਸਾਧ ਸੰਗਤ ਨਫ਼ਰਤ ਕਰਦੇ ਸੀ, ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖ ਕੇ ਦਿੱਤਾ, ਕਹਿੰਦੇ ਮੇਰੀ ਜਾਤ ਕੁੱਟ ਬਾਂਡਲਾ ਢੋਰ ਢੁਬੰਤਾ, ਨਿਤਹੇ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ, ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਜਦੋਂ ਵੀ ਕੋਈ ਵੀ ਮਨੁੱਖ ਕਿਸੇ ਵੀ ਸਾਧ ਸੰਗਤ ਪਾਸੇ ਹੋਵੇ, ਜਦੋਂ ਉਹ ਰੱਬ ਦੀ ਭਗਤੀ ਵੱਲ ਜੁੜਦਾ ਹੈ ਤੇ ਪਰਮਾਤਮਾ ਦੀ ਭਗਤੀ ਸਾਧ ਸੰਗਤ ਇਹੋ ਜਿਹੇ ਪਰ ਬਖਸ਼ਿਸ਼ ਕਿਰਪਾ ਕਰ ਦਿੰਦੀ ਹੈ, ਜਿਹੜੇ ਲੋਕ ਨਫ਼ਰਤ ਕਰਦੇ ਫਿਰ ਉਹੀ ਸਾਧ ਸੰਗਤ ਉਹਨੂੰ ਨਮਸਕਾਰਾਂ ਕਰਨ ਲੱਗ ਪੈਂਦੀ ਹੈ। ਇੱਥੇ ਰੁਕ ਕੇ ਇੱਕ ਵਿਚਾਰ ਹੋਰ ਸੁਣਿਓ। ਪਰ ਜਿਨ੍ਹਾਂ ਦੇ ਅੰਦਰ ਜ਼ਹਿਰ ਹੈ ਨਾ ਸਾਧ ਸੰਗਤ, ਉਹ ਵਿਚਾਰਾਂ ਸੁਣ ਕੇ ਵੀ ਖਤਮ ਨਹੀਂ ਕਰ ਸਕਦੇ। ਜਿਨ੍ਹਾਂ ਦੇ ਅੰਦਰ ਮੈਲ ਭਰੀ ਹੋਈ ਹੈ, ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਗਿਆਨ ਦੇ ਦਿਓ, ਜਿੰਨੇ ਮਰਜ਼ੀ ਸਾਧ ਸੰਗਤ ਗਿਆਨ ਦੀਆਂ ਗੱਲਾਂ ਦੱਸ ਦਿਓ, ਖਿਮਾ ਕਰਿਓ, ਅੰਦਰੋਂ ਜ਼ਹਿਰ ਨਹੀਂ ਖਤਮ ਹੋਵੇਗੀ। ਸਾਡੇ ਸਾਹਮਣੇ ਉਦਾਹਰਨ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਸੱਚ ਦੀ ਗੱਲ ਕੀਤੀ, ਸਮਾਜ ਨੂੰ ਸਾਧ ਸੰਗਤ ਸੱਚ ਦੇ ਰਾਹ ਤੇ ਤੋਰਿਆ, ਮਨੁੱਖਤਾ ਦੀ ਸੇਵਾ ਕੀਤੀ, ਭਲਾਈ ਦੇ ਕੰਮ ਕੀਤੇ। ਕਿੰਨੇ ਸਾਧ ਸੰਗਤ ਖੂਹ ਤਿਆਰ ਕੀਤੇ ਆ। ਸਾਡਾ ਤਾਂ ਇਤਿਹਾਸ ਆਖਦਾ, ਕਹਿੰਦੇ ਲੋਕ ਖੂਹ ਤਿਆਰ ਕਰਦੇ ਸੀ ਇੱਕ ਹਲਟ ਵਾਲਾ, ਤੇ ਪਾਤਸ਼ਾਹ ਨੇ ਤਾਂ 6 ਹਲਟਾਂ ਵਾਲਾ ਤਿਆਰ ਕੀਤਾ ਹੈ ਵੀ ਸਾਰੇ ਲੋਕ ਪਾਣੀ ਚੰਗੀ ਤਰ੍ਹਾਂ ਵਰਤਣ, ਸਾਰਿਆਂ ਦੇ ਘਰ ਪੂਰੇ ਹੋਣ। ਪਰ ਜਿਨ੍ਹਾਂ ਦੇ ਅੰਦਰ ਜ਼ਹਿਰ ਸੀ ਨਾ ਜੀ, ਉਹਨਾਂ ਨੇ ਆਪਣੀ ਜ਼ਹਿਰ ਨਹੀਂ ਬਾਹਰ ਕੱਢੀ, ਉਲਟਾ ਸਾਧ ਸੰਗਤ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਹੈ। ਇਹ ਅੱਜ ਵੀ ਸਾਧ ਸੰਗਤ ਸਾਡੇ ਅੰਦਰ ਹੈ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ। ਮਹਾਰਾਜ ਕਹਿੰਦੇ ਜਿਹੜੇ ਆਖਦੇ ਸੀ ਨਾ ਵੀ ਇਹ ਨੀਵੇਂ ਹੈ, ਇਹਨਾਂ ਨੂੰ ਕੋਈ ਭਗਤੀ ਕਰਨ ਦਾ ਹੱਕ ਨਹੀਂ ਹੈ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਸੁਣਿਓ ਸਾਧ ਸੰਗਤ। ਮਹਾਰਾਜ ਕਹਿੰਦੇ ਜਿਹਨੇ ਪਰਮਾਤਮਾ ਦੀ ਭਗਤੀ ਦੇ ਨਾਲ ਆਪਣੇ ਚਿੱਤ ਨੂੰ ਜੋੜਿਆ, ਚਿੱਤ ਜੋੜਨਾ ਕਿੱਦਾਂ ਹੈ, ਮਹਾਰਾਜ ਜੀ ਦਾ ਸਾਧ ਸੰਗਤ ਬਚਨ ਹੈ। ਮਹਾਰਾਜ ਕਹਿੰਦੇ ਕਹਿਤ ਕਬੀਰ ਸੁਨੋ ਨਰ ਨਰ ਵੈ ਪਰੋ ਏਕ ਕੀ ਸ਼ਰਨਾ। ਕਹਿੰਦੇ ਮੇਰੀ ਗੱਲ ਧਿਆਨ ਨਾਲ ਸੁਣ ਲਿਓ। ਤੇ ਕੀ ਸੁਣਨਾ, ਕਹਿੰਦੇ ਪਰੋ ਏਕ ਕੀ ਸ਼ਰਨਾ, ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦਾ, ਸਾਰੀ ਕਾਇਨਾਤ ਦਾ ਮਾਲਕ ਹੈ। ਮਹਾਰਾਜ ਕਹਿੰਦੇ ਉਹਦੀ ਸੇਵਾ ਕਰੀ, ਉਹਦੇ ਚਰਨਾਂ ਦੇ ਵਿੱਚ ਆਪਣੇ ਚਿੱਤ ਨੂੰ ਜੋੜੀ। ਕਹਿਤ ਕਬੀਰ ਸੁਨੋ ਨਰ ਨਰ ਵੈ ਪਰੋ ਏਕ ਹੀ ਸ਼ਰਨਾ, ਤੇ ਕੇਵਲ ਨਾਮ ਜਪੋ ਰੇ ਪ੍ਰਾਨੀ ਤਬ ਹੀ ਨਿਸ਼ਚੈ ਤਰਨਾ। ਮਹਾਰਾਜ ਕਹਿੰਦੇ ਫਿਰ ਤੇਰਾ ਪੱਕਾ ਇਹ ਨਿਸ਼ਚਾ ਹੋ ਜਾਵੇਗਾ, ਤੂੰ ਤਰੇਂਗਾ, ਤੈਨੂੰ ਦੁਨੀਆ ਦੀ ਕੋਈ ਤਾਕਤ ਡੋਬ ਨਹੀਂ ਸਕਦੀ ਹੈ। ਪਰ ਜਿਹੜੇ ਘਿਰਣਾ ਕਰਦੇ ਸੀ ਨਾ ਸਾਧ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਆਖਣ, ਕਹਿੰਦੇ ਜਦੋਂ ਪਰਮਾਤਮਾ ਦੀ ਭਗਤੀ ਵਿੱਚ ਕਿਸੇ ਨੇ ਚਿੱਤ ਜੋੜਿਆ, ਸਾਧ ਸੰਗਤ ਪਾਤਸ਼ਾਹ ਦਾ ਪਾਵਨ ਬਚਨ, ਮਹਾਰਾਜ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪਰੋ ਹੋਇਓ ਲਖੀਣਾ। ਕਹਿੰਦੇ ਲੋਕ ਆਖਦੇ ਸੀ ਅੱਧੀ ਕੋਡੀ ਦਾ ਸ਼ਿੰਬਾ ਹੈ, ਇਹ ਕੀ ਕਰ ਸਕਦਾ, ਮੈਨੂੰ ਖਿਮਾ ਕਰਿਓ।
ਸਾਧ ਸੰਗਤ ਅੱਜ ਵੀ ਕਈ ਵਾਰੀ ਸਾਡੀ ਜ਼ੁਬਾਨ ਨਾਲ ਸਾਡੇ ਕੋਲੋਂ ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਦੇ ਕਿਸੇ ਨਾਲ ਘਿਰਣਾ ਨਹੀਂ ਕੀਤੀ ਜੀ। ਜਦੋਂ ਵੀ ਘਿਰਣਾ ਕਰਦਾ ਇਨਸਾਨ ਇਨਸਾਨ ਦੇ ਨਾਲ ਹੀ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਆਖਣ, ਕਹਿੰਦੇ ਲੋਕ ਆਖਦੇ ਸੀ ਅੱਧੀ ਕੌਡੀ ਦਾ ਸ਼ਿੰਬਾ ਹੈ, ਇਹ ਕੀ ਕਰ ਸਕਦਾ ਜੀ। ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਦੀ ਭਗਤੀ ਦੇ ਨਾਲ ਚਿੱਤ ਜੋੜਿਆ ਨਾ ਜੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਜਦੋਂ ਨਾਮਦੇਵ ਜੀ ਦਾ ਮਨ ਗੋਬਿੰਦ ਦੇ ਨਾਲ ਸਾਧ ਸੰਗਤ ਲੀਨ ਹੋ ਗਿਆ, ਆਡ ਦਮ ਕੋ ਛਿਪਰੋ ਹੋਇਓ ਲਖੀਣਾ। ਕਹਿੰਦੇ ਅੱਧੀ ਕੌਡੀ ਦਾ ਜਿਹਨੂੰ ਲੋਕ ਆਖਦੇ ਸ਼ਿੰਬਾ, ਕਹਿੰਦੇ ਲੱਖਾਂ ਦਾ ਹੋ ਗਿਆ। ਫਿਰ ਉਹੀ ਲੋਕ ਭਗਤ ਨਾਮਦੇਵ ਜੀ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰਾਂ ਕਰਦੇ ਸੀ ਤੇ ਸੁੱਖ ਮੰਗਦੇ ਸੀ, ਤੁਸੀਂ ਕਿਰਪਾ ਕਰੋ, ਸਾਡੀ ਅਰਦਾਸ ਕਰੋ, ਸਾਡੇ ਘਰ ਵਿੱਚ ਸੁੱਖ ਆਵੇ। ਤੇ ਗੁਰੂ ਸਾਹਿਬ ਜੀ ਨੇ ਦੂਸਰੀ ਉਦਾਹਰਨ ਦਿੱਤੀ ਹੈ, ਕਹਿੰਦੇ ਤਨਨਾ ਬੁਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰੋ ਭਇਓ ਗੁਨੀ ਗਹੀਰਾ। ਕਹਿੰਦੇ ਕਬੀਰ ਸਾਹਿਬ ਨੂੰ ਆਖਦੇ ਸੀ ਇਹ ਤਾਂ ਜੁਲਾਹਾ ਆ। ਸਾਧ ਸੰਗਤ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣਗੇ, ਜਦੋਂ ਕਹਿੰਦੇ ਲੋਕ ਇਦਾਂ ਆਖਦੇ ਸੀ ਨਾ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਖਣ, ਕਹਿੰਦੇ ਨੀਚ ਕੁਲਾ ਜੁਲਾਹਰੋ ਭਇਓ ਗੁਨੀ ਗਹੀਰਾ। ਕਹਿੰਦੇ ਐਡਾ ਗੁਣਾ ਵਾਲਾ ਬਣ ਗਿਆ, ਐਡਾ ਵਿਦਵਾਨ ਬਣ ਗਿਆ, ਐਡੀ ਚੜ੍ਹਦੀ ਕਲਾ ਦਾ ਮਾਲਕ ਹੋ ਗਿਆ ਸਾਧ ਸੰਗਤ, ਜਿਹਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਮਿਲ ਕੇ ਬਨਾਰਸ ਵਿੱਚ ਗਏ। ਗੁਰੂ ਨਾਨਕ ਦੇਵ ਮਹਾਰਾਜ ਭਗਤ ਕਬੀਰ ਸਾਹਿਬ ਜੀ ਨੂੰ ਮਿਲੇ, ਭਗਤ ਰਵਿਦਾਸ ਮਹਾਰਾਜ ਨੂੰ ਮਿਲੇ, ਤੇ ਸਾਧ ਸੰਗਤ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਬਾਣੀ ਇਕੱਤਰ ਕਰਕੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕਰ ਦਿੱਤੀ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਅਗਲੀ ਉਦਾਹਰਨ ਦਿੱਤੀ, ਕਹਿੰਦੇ ਰਵਿਦਾਸ ਢੁਬੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਕਹਿੰਦੇ ਲੋਕ ਰਵਿਦਾਸ ਨੂੰ ਆਖਦੇ ਸੀ ਇਹ ਤਾਂ ਢੋਰ ਹੈ, ਮਰੇ ਹੋਏ ਪਸ਼ੂਆਂ ਨੂੰ ਢੋਂਦਾ ਹੈ। ਇਸ ਗੁਰੂ ਮਹਾਰਾਜ ਆਖਣ ਲੱਗੇ, ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਚਿੱਤ ਜੋੜਿਆ ਨਾ, ਤੇ ਰਵਿਦਾਸ ਮਹਾਰਾਜ ਨੂੰ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋਏ। ਤੇ ਅਗਲੀ ਉਦਾਹਰਨ ਸਾਹਿਬ ਜੀ ਆਖਦੇ ਨੇ, ਕਹਿੰਦੇ ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਨਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ। ਕਹਿੰਦੇ ਭਗਤ ਸੈਣ ਜੀ ਨੂੰ ਲੋਕ ਆਖਦੇ ਸੀ ਇਹ ਤਾਂ ਘਰ ਘਰ ਦੇ ਵਿੱਚ ਜਾ ਕੇ ਬੁੱਤੀਆਂ ਕਰਦਾ ਆ। ਸਾਧ ਸੰਗਤ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਸੀ। ਅਸਲ ਵਿੱਚ ਭਗਤ ਸੈਣ ਜੀ ਹੈ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਾਧ ਸੰਗਤ ਗੁਰੂ ਸਾਹਿਬ ਜੀ ਦਾ ਸ਼ੁਕਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਭਗਤ ਰਵਿਦਾਸ ਮਹਾਰਾਜ ਦਾ, ਵਾਹਿਗੁਰੂ ਜੀ ਭਗਤ ਸੈਣ ਜੀ, ਉਹਨਾਂ ਦਾ ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇੱਕ ਸ਼ਬਦ ਹੈ ਜੀ। ਇਹ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧਨਾਸਰੀ ਰਾਗ ਦੇ ਅੰਦਰ ਤੇ 695 ਅੰਗ ਦੇ ਉੱਪਰ, 695 ਅੰਗ ਦੇ ਉੱਪਰ ਧਨਾਸਰੀ ਰਾਗ ਦੇ ਅੰਦਰ ਭਗਤ ਸ਼੍ਰੀ ਸੈਣ ਜੀ, ਉਹਨਾਂ ਦਾ ਇੱਕੋ ਹੀ ਸ਼ਬਦ ਹੈ। ਬਹੁਤ ਜਗ੍ਹਾਵਾਂ ਦੇ ਉੱਪਰ ਇੱਥੇ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ ਸਾਧ ਸੰਗਤ ਆਰਤੀ ਦੇ ਰੂਪ ਦੇ ਵਿੱਚ ਇਹ ਸ਼ਬਦਾਂ ਨੂੰ ਪੜ੍ਹਿਆ ਜਾਂਦਾ ਹੈ। ਜਦੋਂ ਆਪਾਂ ਇਹਨਾਂ ਦਾ ਜੀਵਨ ਪੜ੍ਹਦੇ ਹਾਂ, ਭਗਤ ਸੈਣ ਜੀ ਮਹਾਰਾਜ, ਇਹਨਾਂ ਦੇ ਪਿਤਾ ਦਾ ਨਾਮ ਹੈ ਭਾਈ ਮੁਕੰਦ ਰਾਏ ਤੇ ਇਹਨਾਂ ਦੀ ਮਾਤਾ ਦਾ ਨਾਮ ਹੈ ਮਾਤਾ ਜੀਵਨੀ ਜੀ। ਥੋੜੀ ਜਿਹੀ ਇਕਾਗਰਤਾ ਦੇ ਨਾਲ ਸੁਰਤ ਨੂੰ ਕਾਇਮ ਕਰਕੇ ਸਾਧ ਸੰਗਤ ਸੁਣਿਓ ਜੀ। ਭਗਤ ਸ਼੍ਰੀ ਸੈਣ ਜੀ ਮਹਾਰਾਜ, ਤਿਨਾਂ ਦੇ ਪਿਤਾ ਦਾ ਨਾਮ ਹੈ ਮੁਕੰਦ ਰਾਏ ਤੇ ਤਿਨਾਂ ਦੀ ਮਾਤਾ ਦਾ ਨਾਮ ਹੈ ਮਾਤਾ ਜੀਵਨੀ ਜੀ। ਬਹੁਤ ਹੀ ਸਾਦੇ ਸਾਧ ਸੰਗਤ ਸੁਭਾਅ ਵਾਲੇ ਪਰਿਵਾਰ ਹੈ, ਨਿਮਰਤਾ ਵਾਲੇ ਹੈ ਸਾਧ ਸੰਗਤ, ਦਇਆ ਵਾਲੇ ਹੈ, ਸਾਦਗੀ ਬਹੁਤ ਹੈ ਜੀਵਨ ਦੇ ਵਿੱਚ। ਤੇ ਜਿੱਥੇ ਕਿਤੇ ਸਤ ਸੰਗ ਹੋਣਾ, ਜਿੱਥੇ ਕਿਤੇ ਸਾਧ ਸੰਗਤ ਪਰਮਾਤਮਾ ਦੀ ਭਗਤੀ ਹੋਣੀ, ਸੇਵਾ ਹੋਣੀ, ਤੇ ਬਾਬਾ ਮੁਕੰਦ ਰਾਏ ਜੀ ਨਾ ਜੀ, ਇਹਨਾਂ ਨੇ ਸਾਧ ਸੰਗ ਜਾ ਕੇ
ਸਿਮਰਨ ਦੇ ਵਿੱਚ ਹਿੱਸਾ ਲੈਣਾ, ਸੇਵਾ ਦੇ ਵਿੱਚ ਹਿੱਸਾ ਲੈਣਾ। ਜਿੱਦਾਂ ਤੁਸੀਂ ਅੱਜ ਸਾਧ ਸੰਗਤ ਪਹੁੰਚ ਕੇ ਕੋਈ ਸੇਵਾ ਕਰਦਾ, ਕੋਈ ਸਿਮਰਨ ਕਰਦਾ ਹੈ, ਉਹਨਾਂ ਨੇ ਕਦੇ ਸਾਧ ਸੰਗਤ ਮਿਸ ਨਹੀਂ ਕਰਨਾ। ਜਿੱਥੇ ਜਿੱਥੇ ਪਤਾ ਲੱਗਣਾ ਪਹੁੰਚ ਜਾਣਾ ਹੈ ਕੰਮ ਛੱਡ ਕੇ, ਕਿਉਂਕਿ ਇਹ ਚਾਹ ਹੁੰਦਾ ਨਾ ਸਾਧ ਸੰਗਤ ਸਾਡੇ ਅੰਦਰ। ਹੁਣ ਜਿਨ੍ਹਾਂ ਦੇ ਅੰਦਰ ਚਾਹ ਹੈ ਉਹਨਾਂ ਨੇ ਆਪਣੇ ਕੰਮ ਸਮੇਂ ਸਿਰ ਨਿਬੇੜ ਲੈਣੇ ਆ। ਜਿਨ੍ਹਾਂ ਦੇ ਅੰਦਰ ਚਾਹ ਹੈ ਭਗਤੀ ਦਾ, ਉਹਨਾਂ ਨੇ ਕੋਈ ਨਾ ਕੋਈ ਪ੍ਰਬੰਧ ਕਰ ਲੈਣਾ ਵੀ ਮੈਂ ਕੰਮ 10 ਮਿੰਟ ਅੱਗੇ ਪਿੱਛੇ ਕਰਕੇ ਕਰ ਲਵਾਂਗਾ, ਪਰ ਮੈਂ ਜਿਹੜੇ 10 ਮਿੰਟ ਹੈ ਉਹ ਮੈਂ ਭਗਤੀ ਵਾਸਤੇ, ਗੁਰੂ ਵਾਸਤੇ, ਗੁਰਦੁਆਰੇ ਵਾਸਤੇ, ਸੇਵਾ ਵਾਸਤੇ, ਸਤ ਸੰਗਤ ਵਾਸਤੇ ਜ਼ਰੂਰ ਕੱਢਣੇ ਆ, ਜਿਨ੍ਹਾਂ ਦੇ ਅੰਦਰ ਚਾਹ ਹੁੰਦਾ ਹੈ। ਇਸ ਤਰ੍ਹਾਂ ਬਾਬਾ ਮੁਕੰਦ ਰਾਏ ਜੀ ਸਾਧ ਸੰਗਤ, ਉਹਨਾਂ ਨੇ ਸੇਵਾ ਸਿਮਰਨ ਕਰਨਾ। ਬੀਬੀ ਜੀਵਨੀ ਜੀ ਉਹਨਾਂ ਦੀ ਘਰਵਾਲੀ ਸਾਧ ਸੰਗਤ ਬੜੀ ਸੁਸ਼ੀਲ ਸੁਭਾਅ ਵਾਲੀ ਸੀ। ਉਹਨਾਂ ਨੇ ਸਾਧ ਸੰਗਤ ਆਏ ਗਏ ਸਾਧੂ ਸੰਤਾਂ ਦੀ ਸੇਵਾ ਕਰਨੀ। ਤੇ ਇਤਿਹਾਸ ਇਹ ਗੱਲ ਆਖਦਾ, ਕਹਿੰਦੇ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਸੋਹਲ ਠੱਠੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਸਾਧ ਸੰਗਤ ਪੈਂਦਾ ਹੈ ਜੀ। ਤੇ ਇਸ ਇਲਾਕੇ ਦੇ ਵਿੱਚ ਇੱਕ ਮਹਾਂਪੁਰਖ ਹੈ ਜਿਨ੍ਹਾਂ ਦਾ ਨਾਮ ਹੈ ਭਾਈ ਗੁਰੀਆ, ਸੰਤ ਗੁਰੀਆ ਵੀ ਸਾਧ ਸੰਗਤ ਨੂੰ ਆਖਦੇ ਆ। ਇਹ ਮਹਾਂਪੁਰਖ ਕੀ ਕਰਦੇ ਆ, ਇਹਨਾਂ ਨੇ ਵਿਚਰਨਾ ਪਿੰਡਾਂ ਦੇ ਵਿੱਚ, ਸੰਗਤਾਂ ਨੂੰ ਨਾਮ ਦੇ ਨਾਲ, ਬੰਦਗੀ ਦੇ ਨਾਲ ਜੋੜਨਾ, ਲੰਗਰ ਦੀ ਸੇਵਾ ਕਰਨੀ, ਤੇ ਸਾਧ ਸੰਗਤ ਖੂਹ ਪਟਾਣੇ, ਖੂਹਾਂ ਦੀ ਸੇਵਾ ਕਰਨੀ। ਇਸ ਤਰ੍ਹਾਂ ਕਰਦੇ ਕਰਦੇ ਬਾਬਾ ਮੁਕੰਦ ਰਾਏ ਜੀ, ਉਹਨਾਂ ਦਾ ਮੇਲ ਹੋਇਆ ਇਹਨਾਂ ਮਹਾਂਪੁਰਖਾਂ ਦੇ ਨਾਲ। ਜਦੋਂ ਮੇਲ ਹੋਇਆ ਤੇ ਬਾਬਾ ਮੁਕੰਦ ਰਾਏ ਆਖਣ ਲੱਗੇ, ਕਹਿੰਦੇ ਜੀ ਮੇਰੇ ਮਨ ਦੇ ਅੰਦਰ ਇੱਕ ਸ਼ਰਧਾ, ਇੱਕ ਚਾਹ ਹੈ। ਮੇਰੇ ਮਨ ਅੰਦਰ ਸ਼ਰਧਾ ਹੈ ਵੀ ਕਿਤੇ ਤੁਸੀਂ ਸਾਡੇ ਘਰੇ ਆਓ ਤੇ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦਾ ਆ। ਤੇ ਉਸ ਵਕਤ ਇਹ ਮਹਾਂਪੁਰਖ ਗੁਰੀਆ ਜੀ ਆਖਣ ਲੱਗੇ, ਕਹਿੰਦੇ ਕੋਈ ਗੱਲ ਨਹੀਂ, ਜੇ ਤੇਰੇ ਅੰਦਰ ਸ਼ਰਧਾ ਹੈ ਪ੍ਰਸ਼ਾਦਾ ਛਕਾਉਣ ਦੀ ਤੇ ਆਪਾਂ ਆ ਜਾਵਾਂਗੇ। ਤੇ ਭਾਈ ਮੁਕੰਦ ਜੀ ਦੀ ਜਿਹੜੀ ਇਮਾਨਦਾਰੀ, ਬਾਬਾ ਮੁਕੰਦ ਰਾਏ ਜੀ ਆਖਣ ਲੱਗੇ, ਕਹਿੰਦੇ ਜੀ ਇੱਕ ਗੱਲ ਪਹਿਲਾਂ ਸੁਣ ਲਿਓ ਮੇਰੀ ਧਿਆਨ ਨਾਲ, ਮੇਰੇ ਅੰਦਰ ਚਾਹ ਬਹੁਤ ਹੈ, ਪ੍ਰੇਮ ਬਹੁਤ ਹੈ, ਤੁਹਾਡੀ ਮੈਂ ਸੇਵਾ ਕਰਾਂ, ਪਰ ਮੈਂ ਸ਼ੂਦਰਾਂ ਦੇ ਵਿੱਚੋਂ ਹੈ। ਮੇਰਾ ਕੰਮ ਹੈ ਸਾਧ ਸੰਗਤ ਮੁੱਠੀ ਚਾਪੀ ਕਰਨੀ ਤੇ ਲੋਕਾਂ ਦੇ ਨਹਿ ਕੱਟਣੇ, ਸਾਧ ਸੰਗਤ ਇਤਿਆਦਿਕ ਜਿਹੜੇ ਵਾਹਿਗੁਰੂ ਜੀ, ਚਲੋ ਜਿਹੜੇ ਇਸ ਖਾਨਦਾਨ ਦੇ ਵਿੱਚ ਜਿਹੜੇ ਕੰਮ ਪੁਰਾਤਨ ਚੱਲਦੇ ਸੀ, ਉਹ ਕੰਮ ਬਾਬਾ ਮੁਕੰਦ ਰਾਏ ਜੀ ਨੇ ਦੱਸੇ ਕਿ ਮੈਂ ਇਸ ਤਰ੍ਹਾਂ ਇਹ ਕੰਮ ਕਰਦਾ ਹਾਂ। ਪਰਮਾਤਮਾ ਦੀ ਭਗਤੀ ਕਰਨ ਵਾਲਾ ਭਾਈ ਗੁਰੀਆ ਸੀ, ਉਹ ਮਹਾਂਪੁਰਖ ਸੀ। ਤੇ ਸਾਧ ਸੰਗਤ ਘਰੇ ਗਏ ਬਾਬਾ ਮੁਕੰਦ ਰਾਏ ਜੀ ਦੇ, ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਦੋਨੇ ਮੀਆਂ ਬੀਬੀ ਨੇ ਪ੍ਰਸ਼ਾਦੇ ਦੀ ਸੇਵਾ ਕੀਤੀ। ਕਦੇ ਨੱਠ ਕੇ, ਕਦੇ ਕੋਈ ਚੀਜ਼ ਲੈ ਕੇ ਆ, ਕਦੇ ਕੋਈ ਚੀਜ਼ ਲੈ ਕੇ ਆ, ਜਿਵੇਂ ਆਪਾਂ ਘਰਾਂ ਵਿੱਚ ਸਾਧ ਸੰਗਤ ਕਰਦੇ ਨਾ ਜੀ। ਤੇ ਬਾਬਾ ਭਾਈ ਗੁਰੀਆ ਜੀ ਆਖਣ ਲੱਗੇ, ਕਹਿੰਦੇ ਵੀ ਤੁਸੀਂ ਦੋਨੇ ਜਾਣੇ, ਦੋਨੇ ਜੀ, ਕਦੇ ਇੱਕ ਚਲ ਜਾਂਦਾ ਇੱਕ ਆ ਜਾਂਦਾ, ਵੀ ਤੁਹਾਡੇ ਘਰ ਵਿੱਚ ਕੋਈ ਬੱਚਾ ਨਹੀਂ ਨਜ਼ਰ ਆ ਰਿਹਾ। ਤੇ ਆਖਣ ਲੱਗੇ, ਕਹਿੰਦੇ ਜੀ ਵੀ ਹਜੇ ਇਹ ਕਿਰਪਾ ਹੋਈ ਨਹੀਂ ਹੈ, ਸਾਡੇ ਘਰ ਵਿੱਚ ਸੰਤਾਨ ਕੋਈ ਨਹੀਂ ਹੈ। ਤੇ ਉਸ ਵਕਤ ਬਾਬਾ ਮੁਕੰਦ ਰਾਏ ਆਖਣ ਲੱਗੇ, ਕਹਿੰਦੇ ਜੀ ਮਹਾਂਪੁਰਖੋ ਤੁਸੀਂ ਅਰਦਾਸ ਕਰ ਦਿਓ, ਬੇਨਤੀ ਕਰ ਦਿਓ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ। ਤੇ ਉਹਨਾਂ ਮਹਾਂਪੁਰਖਾਂ ਨੇ ਬੇਨਤੀ ਕੀਤੀ ਅਕਾਲ ਪੁਰਖ ਦੇ ਅੱਗੇ ਕਿ ਤੁਹਾਡੇ ਘਰ ਦੇ ਵਿੱਚ ਮਹਾਰਾਜ ਜੀ ਇਸ ਪਰਿਵਾਰ ਨੂੰ ਸੰਤਾਨ ਬਖਸ਼ ਦਿਓ। ਤੇ ਨਾਲ ਬਚਨ ਕੀਤਾ ਤੁਹਾਡੇ ਘਰ ਵਿੱਚ ਸੰਤਾਨ ਹੋਵੇਗੀ, ਭਗਤੀ ਭਾਵ ਵਾਲੀ ਹੋਵੇਗੀ। ਤੇ 1300 ਸਾਧ ਸੰਗਤ 90 ਦੇ ਵਿੱਚ ਜਾ ਕੇ ਇਸ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ। ਉਹਨਾਂ ਦਾ ਨਾਮ ਰੱਖਿਆ ਗਿਆ ਸੈਣ, ਜਿਨ੍ਹਾਂ ਨੂੰ ਅੱਜ ਸ਼੍ਰੀ ਸੈਣ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਾਧ ਸੰਗਤ ਜਿਹੜਾ ਸਤਿਕਾਰ ਦਿੱਤਾ ਗਿਆ ਹੈ। ਤੇ ਜਦੋਂ ਇਹਨਾਂ ਦਾ ਜਨਮ ਹੋਇਆ, ਥੋੜੇ ਜਿਹੇ ਵੱਡੇ ਹੋਏ, ਜਿਵੇਂ ਪੁਰਾਤਨ ਸਮੇਂ ਦੇ ਵਿੱਚ ਸਾਧ ਸੰਗਤ ਪਾਠਸ਼ਾਲਾ ਦੇ ਵਿੱਚ ਪੜ੍ਹਨ ਵਾਸਤੇ ਭੇਜਿਆ ਜਾਂਦਾ ਸੀ, ਇਹਨਾਂ ਦਾ ਜਿਹੜਾ ਮਨ ਹੈ ਉਹ ਪੜ੍ਹਾਈ ਵਿੱਚ ਬਹੁਤਾ ਨਾ ਲੱਗਿਆ। ਤੇ ਬਾਬਾ ਮੁਕੰਦ ਰਾਏ ਜੀ ਫਿਕਰਮੰਦ ਹੋਏ ਕਿ ਸਾਡਾ ਜੇ ਬੱਚਾ ਪੜ੍ਹ ਜਾਵੇ, ਆਪਣੀ ਜ਼ਿੰਦਗੀ ਨੂੰ ਵਧੀਆ ਹੰਢਾ ਸਕਦਾ, ਸੌਖਾ ਕਰ ਸਕਦਾ ਹੈ। ਤੇ ਇਹਨੇ ਨੂੰ ਸਾਧ ਸੰਗਤ ਬਾਬਾ ਮੁਕੰਦ ਰਾਏ ਜੀ, ਤਿਨਾਂ ਦੀ ਭੈਣ ਲਾਹੌਰ ਦੇ ਵਿੱਚ ਵਿਆਹੀ ਹੋਈ ਸੀ, ਜਿਨ੍ਹਾਂ ਦਾ ਨਾਮ ਹੈ ਸ਼ੋਭੀ ਦੇਵੀ। ਤੇ ਉਹ ਆਈ ਤੇ ਆ ਕੇ ਪਰਿਵਾਰ ਵਿੱਚ ਬੈਠੀ, ਆਪਸ ਵਿੱਚ ਗੱਲਾਂ ਹੋਣ ਲੱਗੀਆਂ। ਤੇ ਬਾਬਾ ਮੁਕੰਦ ਰਾਏ ਆਖਣ ਲੱਗੇ, ਕਹਿੰਦੇ ਭੈਣੇ
ਜਿਹੜਾ ਤੇਰਾ ਭਤੀਜਾ ਹੈ ਨਾ, ਇਹਦਾ ਮਨ ਨਹੀਂ ਪੜ੍ਹਾਈ ਵਿੱਚ ਲੱਗਦਾ। ਤੇ ਉਹ ਆਖਣ ਨੇ, ਕਹਿੰਦੀ ਕੋਈ ਗੱਲ ਨਹੀਂ, ਇੰਝ ਕਰਦੇ ਆ ਬਈ ਚਲੋ ਇੱਥੇ ਇਕੱਲਾ ਹੈ, ਜੇ ਇਹਨੂੰ ਮੈਂ ਨਾਲ ਲੈ ਜਾਵਾਂ, ਮੇਰੇ ਘਰ ਦੇ ਵਿੱਚ ਸੰਤਾਨ ਹੈ, ਹਾਣੀ ਇਕੱਠੇ ਹੋ ਜਾਣਗੇ, ਕਿਨੂੰ ਦੇਖ ਕੇ ਪੜ੍ਹ ਲਿਆ ਕਰਨਗੇ, ਬੈਠ ਲਿਆ ਕਰਨਗੇ। ਤੇ ਸਾਧ ਸੰਗਤ ਉਸ ਵਕਤ ਭਗਤ ਸ੍ਰੀ ਸੈਣ ਜੀ ਨੂੰ ਸਾਧ ਸੰਗਤ ਇਹ ਉਹਨਾਂ ਦੀ ਭੂਆ ਨਾਲ ਲੈ ਗਈ, ਆਪਣੇ ਪਿੰਡ ਲਾਹੌਰ ਵਿਖੇ ਨਾਲ ਲੈ ਕੇ ਗਈ, ਤੇ ਉੱਥੇ ਜਾ ਕੇ ਸਾਧ ਸੰਗਤ ਮਾੜੀ ਮੋਟੀ ਸਕੂਲ ਦੀ ਪੜ੍ਹਾਈ ਕੀਤੀ। ਉਹਦੇ ਵਿੱਚ ਫਿਰ ਵੀ ਮਨ ਨਾ ਲੱਗਿਆ। ਹੌਲੀ ਹੌਲੀ ਕਰਕੇ ਇਹਨਾਂ ਨੇ ਸਾਧ ਸੰਗਤ ਜੋ ਉਹਨਾਂ ਦਾ ਪੁਰਖਿਆਂ ਦਾ ਕਿੱਤਾ ਸੀ ਨਾ ਜੀ, ਸਾਧ ਸੰਗਤ ਜਿਹੜੇ ਨਹਿ ਕੱਟਣੇ, ਵੈਦਗੀ ਦਾ ਕੰਮ ਸਿੱਖਿਆ, ਸਿਪਾਹੀ ਦਾ, ਮਾਲਸ਼ ਦਾ, ਸਾਧ ਸੰਗਤ ਤੇ ਕੇਸ ਕੱਟਣੇ ਇਤਿਆਦਿਕ। ਕਿਉਂਕਿ ਸਾਧ ਸੰਗਤ ਇਤਿਹਾਸ ਮੈਨੂੰ ਬੇਨਤੀ ਕਰਨੀ ਪੈਣੀ ਹੈ। ਤੇ ਜਿਸ ਵਕਤ ਸਾਧ ਸੰਗਤ ਤੇ ਕੰਮ ਸਿੱਖਿਆ, ਤੇ ਕੰਮ ਸਿੱਖਦਿਆਂ ਉੱਥੇ ਸਾਧ ਸੰਗਤ ਇਹਨਾਂ ਦਾ ਜਿਹੜਾ ਉਸਤਾਦ ਸੀ, ਉਹਨਾਂ ਦੇ ਕੋਲ ਹੋਰ ਬੱਚੇ ਵੀ ਕੰਮ ਸਿੱਖਦੇ ਸੀ। ਤੇ ਇਹਨਾਂ ਦੀ ਜਿਹੜੀ ਸ਼ਾਦੀ ਹੈ ਉਹ ਲਾਹੌਰ ਦੇ ਵਿੱਚ ਹੋਈ ਹੈ, ਭਗਤ ਸ੍ਰੀ ਸੈਣ ਜੀ ਦੀ। ਇਹਨਾਂ ਦੀ ਘਰਵਾਲੀ ਦਾ ਨਾਮ ਹੈ ਮਾਤਾ ਸੁਲੱਖਣੀ ਜੀ, ਸਾਧ ਸੰਗਤ ਬੀਬੀ ਸੁਲੱਖਣੀ ਜੀ। ਕਈਆਂ ਨੇ ਸਾਹਿਬ ਦੇਵੀ ਵੀ ਨਾਮ ਲਿਖਿਆ ਆ। ਤੇ ਹੌਲੀ ਹੌਲੀ ਸਾਧ ਸੰਗਤ ਆਪਣੇ ਕਿੱਤੇ ਨੂੰ ਕਰਦਿਆਂ ਫਿਰ ਆਪਣੇ ਪਿੰਡ ਅੰਮ੍ਰਿਤਸਰ ਵਿਖੇ ਆਏ। ਤੇ ਫਿਰ ਸਾਧ ਸੰਗਤ ਇਹ ਆਪਣੇ ਕੰਮ ਦੀ ਤਲਾਸ਼ ਦੇ ਵਿੱਚ ਰਾਜਸਥਾਨ ਬੰਧਵਗੜ੍ਹ, ਉੱਥੇ ਸਾਧ ਸੰਗਤ ਰਾਜੇ ਦੇ ਕੋਲ ਜਾ ਕੇ ਨੌਕਰੀ ਕਰਨ ਲੱਗੇ। ਤੇ ਜਿਹੜਾ ਉਹ ਰਾਜਾ ਸੀ ਨਾ, ਸਾਧ ਸੰਗਤ ਸਾਖੀਕਾਰ ਲਿਖਦੇ ਨੇ, ਕਹਿੰਦੇ ਉਹਦੇ ਸਰੀਰ ਦੇ ਉੱਪਰ ਨਾ ਜਿਹੜੀਆਂ ਫਿਣਸੀਆਂ ਕਹਿ ਦਈਏ, ਫੋੜੇ ਕਹਿ ਦਈਏ, ਇਸ ਤਰ੍ਹਾਂ ਸਾਧ ਸੰਗਤ ਉਹ ਸਰੀਰ ਜਿਹੜਾ ਥੋੜਾ ਰੋਗੀ ਸੀ। ਤੇ ਭਗਤ ਸ੍ਰੀ ਸੈਣ ਜੀ ਨੇ ਸਾਧ ਸੰਗਤ ਉਹਨਾਂ ਦੀ ਮੁੱਠਾ ਚਾਪੀ ਕਰਨੀ, ਸੇਵਾ ਕਰਨੀ। ਤੇ ਇਸ ਤਰ੍ਹਾਂ ਕਰਕੇ ਸਾਧ ਸੰਗਤ ਉਹ ਸੇਵਾ ਕਰਦੇ ਸੀ ਉਸ ਰਾਜ ਦਰਬਾਰ ਦੇ ਵਿੱਚ ਰਾਜੇ ਦੀ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਸ ਵਕਤ ਭਗਤ ਸ੍ਰੀ ਸੈਣ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਭਗਤ ਕਬੀਰ ਜੀ ਹੋਏ ਹੈ, ਉਹਨਾਂ ਦਾ ਤਾਂ ਦੁਨੀਆ ਦੇ ਵਿੱਚ ਨਾਮ ਹੀ ਬਹੁਤ ਹੈ, ਪ੍ਰਤਾਪ ਬਹੁਤ ਹੈ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਵਾਹਿਗੁਰੂ ਜੀ, ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਫਿਰ ਭਗਤ ਕਬੀਰ ਜੀ ਦਾ ਪ੍ਰਤਾਪ ਸੁਣ ਕੇ, ਉਹਨਾਂ ਦੀ ਸ਼ੋਭਾ ਸੁਣ ਕੇ, ਉਹਨਾਂ ਦੀ ਵਡਿਆਈ ਸੁਣ ਕੇ, ਤੇ ਇਹਨਾਂ ਸੈਣ ਜੀ ਦੇ ਮਨ ਦੇ ਅੰਦਰ ਵੀ ਚਾਅ ਪੈਦਾ ਹੋ ਕੇ ਵੀ ਮੈਂ ਵੀ ਤਾਂ ਭਗਤੀ ਕਰ ਸਕਦਾ ਆ, ਮੈਂ ਵੀ ਤਾਂ ਪਰਮਾਤਮਾ ਦੀ ਬੰਦਗੀ ਕਰ ਸਕਦਾ ਆ। ਤੇ ਫਿਰ ਇਹਨਾਂ ਦੇ ਮਨ ਦੇ ਅੰਦਰ ਚਾਅ ਪੈਦਾ ਹੋਇਆ, ਇਹਨਾਂ ਨੇ ਭਗਤੀ ਸ਼ੁਰੂ ਕੀਤੀ। ਤੇ ਸਾਧ ਸੰਗਤ ਰਾਮਾਨੰਦ ਜੀ ਦੇ ਕੋਲ ਗਏ, ਉਹਨਾਂ ਦੇ ਕੋਲੋਂ ਸ਼ਬਦ ਲਿਆ, ਉਹਨਾਂ ਦੇ ਕੋਲੋਂ ਸਾਧ ਸੰਗਤ ਆਪਣਾ ਨੂੰ ਗੁਰੂ ਬਣਾਇਆ। ਤੇ ਉਹ ਸ਼ਬਦ ਲੈ ਕੇ ਉਹਨੂੰ ਜਪਣਾ ਸ਼ੁਰੂ ਕਰ ਦਿੱਤਾ। ਤੇ ਉਹ ਆਖਣ ਲੱਗੇ, ਕਹਿੰਦੇ ਇੱਕ ਗੱਲ ਯਾਦ ਰੱਖੀ, ਕਿਰਤ ਕਰਦਿਆਂ ਤੈਂ ਆਪਣੀ ਜ਼ਿੰਦਗੀ ਵਿੱਚ ਸਤ ਸੰਗਤ ਜ਼ਰੂਰੀ ਕਰਨੀ ਹੈ। ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੋਜ਼ ਆਖਦੇ ਆ ਵੀ ਜੇ ਸਿੱਖ ਹੈ ਨਾ, ਸਿੱਖ ਸਤ ਸੰਗਤ ਰੋਜ਼ ਕਰੇ। ਸਤ ਸੰਗਤ ਸਾਡੇ ਲਈ ਕਿਉਂ ਜ਼ਰੂਰੀ ਹੈ? ਤੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਜਿਹੜਾ ਸਤ ਸੰਗਤ ਨਾਲ ਮਿਲ ਜਾਵੇ ਸੋ ਤਰਿਆ। ਮਹਾਰਾਜ ਕਹਿੰਦੇ ਉਹਦਾ ਉਧਾਰ ਹੋ ਜਾਂਦਾ ਹੈ, ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ, ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਤੇ ਭਗਤ ਸ੍ਰੀ ਸੈਣ ਜੀ ਸਾਧ ਸੰਗਤ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ। ਕਹਿੰਦੇ ਰਾਤ ਨੂੰ ਇਹ ਪ੍ਰੇਮਾ ਭਗਤੀ ਕਰਦੇ ਹੈ, ਨਾਮ ਸਿਮਰਨ ਕਰਦੇ ਹੈ, ਬੰਦਗੀ ਕਰਦੇ ਹੈ, ਤੇ ਆਏ ਗਏ ਦੀ ਸੇਵਾ ਕਰਦੇ ਹੈ। ਤੇ ਦਿਨੇ ਸਾਧ ਸੰਗਤ ਨੇ ਕਿਰਤ ਕਰਨੀ। ਤੇ ਕਿਰਤ ਕਰਦਿਆਂ ਹੋਇਆ ਕਿ ਆਏ ਸੰਤ ਪ੍ਰਾਹੁਣੇ, ਹੋਆ ਕੀਰਤਨ ਰੈਣ ਸਵਾਈ। ਇੱਕ ਦਿਨ ਭਗਤ ਸ਼੍ਰੀ ਸੈਣ ਜੀ ਨਾਲ ਦੇ ਘਰ ਦੇ ਵਿੱਚ ਸਾਧ ਸੰਗਤ ਪ੍ਰਾਹੁਣੇ ਆਏ, ਸਾਧੂ ਜਨ ਮਹਾਂਪੁਰਖ ਆਏ। ਤੇ ਉੱਥੇ ਸਾਧ ਸੰਗਤ ਸਾਰੀ ਰਾਤ ਪ੍ਰਮਾਤਮਾ ਦੀਆਂ ਗੱਲਾਂ, ਪ੍ਰਮਾਤਮਾ ਦੀ ਇਬਾਦਤ। ਜਿੱਥੇ ਪ੍ਰੇਮ ਹੋਵੇ ਨਾ ਜੀ, ਜਿਸ ਚੀਜ਼ ਦੇ ਵਿੱਚ ਸਾਡਾ ਲਗਾਅ ਹੋਵੇ, ਉੱਥੇ ਕਦੇ ਵਕਤ ਦਾ ਨਹੀਂ ਪਤਾ ਲੱਗਦਾ। ਆ ਤੁਸੀਂ ਦੇਖੋ ਸਾਧ ਸੰਗਤ ਜਿਨ੍ਹਾਂ ਦਾ ਤਾਸ਼ ਦੇ ਨਾਲ ਲਗਾਵ ਹੈ, ਜਿਹੜੇ ਤਾਸ਼ ਖੇਲਦੇ ਆ, ਲਗਾਵ ਹੋਵੇ, ਉੱਥੇ ਟਾਈਮ ਦਾ ਨਹੀਂ ਪਤਾ ਲੱਗਦਾ। ਕਈ ਵਾਰੀ ਸਾਰੀ ਦਿਹਾੜੀਆਂ ਬੈਠਿਆਂ ਲੰਘ ਜਾਂਦੀ ਹੈ, ਪਤਾ ਨਹੀਂ ਲੱਗਦਾ ਵਕਤ ਦਾ। ਜਿਸ ਚੀਜ਼ ਨਾਲ ਸਾਡਾ ਪਿਆਰ ਨਹੀਂ ਹੈ, ਜਿਸ ਚੀਜ਼ ਨਾਲ ਸਾਡਾ ਸਾਧ ਸੰਗਤ ਸਨੇਹ ਹੈ ਨਹੀਂ ਨਾ,
ਉੱਥੇ 5 ਮਿੰਟ ਵੀ ਸਾਧ ਸੰਗਤ ਜਿਹੜਾ ਵਕਤ ਕੱਢਣਾ ਔਖਾ ਹੋ ਜਾਂਦਾ ਹੈ। ਤੇ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਭਗਤ ਸ੍ਰੀ ਸੈਣ ਜੀ ਕੀ ਕਰਦੇ ਆ, ਦਿਨੇ ਕਿਰਤ ਵਾਸਤੇ ਜਾਂਦੇ ਆ ਤੇ ਰਾਤ ਨੂੰ ਸਾਧ ਸੰਗਤ ਤੇ ਪ੍ਰੇਮਾ ਭਗਤੀ ਕਰਦੇ ਆ। ਆਏ ਸੰਤ ਪ੍ਰਾਹੁਣੇ ਹੁਆ ਕੀਰਤਨ ਰੈਣ ਸਵਾਈ। ਤੇ ਹੋਇਆ ਕੀ, ਕਹਿੰਦੇ ਭਗਤ ਸ੍ਰੀ ਸੈਣ ਜੀ ਸਾਰੀ ਰਾਤ ਪ੍ਰੇਮਾ ਭਗਤੀ ਕਰਦੇ ਰਹੇ ਤੇ ਜਿਹੜਾ ਸੰਤ ਮਹਾਂਪੁਰਖ ਆਏ ਸੀ ਉਹਨਾਂ ਨੂੰ ਵਿਦਾ ਨਾ ਕਰ ਸਕੇ, ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਭੇਜ ਨਾ ਸਕੇ। ਕਿਵੇਂ ਕੋਈ ਭੇਜ ਸਕਦਾ ਹੈ? ਘਰ ਦੇ ਵਿੱਚ ਪ੍ਰਾਹੁਣੇ ਆਏ, ਹੁਣ ਕੋਈ ਕਹਿ ਸੁਣ ਸਕਦਾ ਵੀ ਨਹੀਂ ਤੁਸੀਂ ਜਾਓ। ਰਾਜ ਦੁਆਰਨਾ ਸੇਵ ਕਮਾਈ, ਕਹਿੰਦੇ ਉਸ ਦਿਨ ਇਹਨਾਂ ਨੇ ਜਾ ਕੇ ਰਾਜੇ ਦੇ ਦਰਬਾਰ ਵਿੱਚ ਸੇਵਾ ਨਹੀਂ ਕੀਤੀ ਹੈ। ਸਾਰੀ ਰਾਤ ਸਾਸਨ ਭਗਤੀ ਦੇ ਵਿੱਚ ਨਿਕਲ ਗਈ ਹੈ, ਸੇਵਾ ਨਹੀਂ, ਰਾਜ ਦਰਬਾਰ ਦੇ ਵਿੱਚ ਨਹੀਂ ਗਏ। ਤੇ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਸੈਣ ਰੂਪ ਹਰ ਹੋਏ ਕੈ। ਭਗਤ ਸ੍ਰੀ ਸੈਣ ਜੀ ਦਾ ਸਾਧ ਸੰਗਤ ਉਹਨਾਂ ਦਾ ਰੂਪ ਧਾਰ ਕੇ, ਜੋ ਸਾਡੀ ਵਾਹਿਗੁਰੂ ਜੀ ਖਿਮਾ ਕਰਿਓ, ਵੈਸੇ ਚਲੋ ਇਹ ਲੰਮੀਆਂ ਗੱਲਾਂ ਆ, ਸਾਨੂੰ ਕਿਵੇਂ ਉਲਝਾਇਆ ਗਿਆ ਆ, ਕਿਉਂਕਿ ਜਿਹੜਾ ਸਾਡਾ ਇਤਿਹਾਸ ਹੈ ਜਾਂ ਸਾਡੀ ਸਾਧ ਸੰਗਤ ਪੁਰਾਣੀਆਂ ਵਾਰਤਕ ਜਾਂ ਸਾਡੀਆਂ ਵਾਰਤਾਵਾਂ ਹੈ, ਸਾਡੇ ਕੋਲੇ ਗ੍ਰੰਥ ਹੈ ਭਗਤਮਾਲ। ਉਹਦੇ ਵਿੱਚ ਸਾਧ ਸੰਗਤ ਉਹ ਜਿਹੜਾ ਭਗਤਮਾਲ ਗ੍ਰੰਥ ਹੈ ਨਾ, ਪੰਡਤ ਨਰਾਇਣ ਸਿੰਘ ਜੀ ਉਹਨਾਂ ਵੱਲੋਂ ਲਿਖਿਆ ਗਿਆ ਹੈ। ਤੇ ਉਹਨਾਂ ਨੇ ਉਹ ਸਾਖੀਆਂ ਵਿੱਚੋਂ ਮਨ ਘੜਤ ਗੱਲਾਂ ਲਿਖੀਆਂ, ਜਿਵੇਂ ਅੱਜ ਵੀ ਸਾਧ ਸੰਗਤ ਸਾਡਾ ਕਿੱਡਾ ਸਮਾਜ ਹੈ ਭਰਮ ਦੇ ਵਿੱਚ ਫਸਿਆ ਹੋਇਆ। ਤੇ ਭਗਤ ਧੰਨਾ ਜੀ ਨੇ ਪੱਥਰ ਪੂਜਿਆ ਆ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੂ ਕੇ ਕਹਿੰਦੇ ਹੋਣ ਕਿ ਜੋ ਪਾਹਨ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ। ਜਿਹੜਾ ਪੱਥਰ ਨੂੰ ਰੱਬ ਸਮਝਦਾ, ਮਹਾਰਾਜ ਕਹਿੰਦੀ ਸੇਵਾ ਪਰਵਾਨੀ ਨਹੀਂ ਹੈ। ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੂ ਕੇ ਕਹਿੰਦੇ। ਹੁਣ ਸਾਡੇ ਡੇਰੇਦਾਰਾਂ ਨੇ, ਸਾਡੇ ਪ੍ਰਚਾਰਕਾਂ ਨੇ ਸਟੇਜਾਂ ਤੇ ਬੈਠ ਕੇ ਭਗਤ ਧੰਨੇ ਨੇ ਪੱਥਰ ਪੂਜ ਲਿਆ, ਪੱਥਰ ਵਿੱਚੋਂ ਰੱਬ ਪੈਦਾ ਕਰ ਲਿਆ। ਇਹ ਸਾਰੀ ਕਰਾਮਾਤ ਸਾਧ ਸੰਗਤ ਪੰਡਤ ਨਰਾਇਣ ਜੀ ਦੀ ਹੈ, ਕਿਉਂਕਿ ਉਹ ਖੁਦ ਸਾਧ ਸੰਗਤ ਇਹ ਕੰਮ ਕਰਦੇ ਸੀ। ਉਹਨਾਂ ਨੇ ਸਾਡਾ ਸਾਰਾ ਕੋਈ ਢਾਂਚਾ ਵਿਗਾੜ ਕੇ, ਬਈ ਇਹ ਸਾਰੇ ਲੋਕ ਪੱਥਰਾਂ ਨੂੰ ਪੂਜ ਕੇ ਜਾ ਕੇ ਇੱਦਾਂ ਰੱਬ ਬਣੇ ਆ। ਉਹਨਾਂ ਨੇ ਸਾਰਾ ਘੁਮਾ ਕੇ, ਬਈ ਸਾਨੂੰ ਅੱਜ ਵੀ ਉਹ ਲੋਕ ਸਿੱਖਿਆ ਦਿੰਦੇ, ਬਈ ਤੁਸੀਂ ਗੁਰਬਾਣੀ ਨਹੀਂ ਪੂਜਣੀ, ਤੁਸੀਂ ਅੱਜ ਵੀ ਪੱਥਰ ਦੀ ਪੂਜਾ ਕਰਨੀ ਹੈ। ਇਹ ਸਾਨੂੰ ਸਾਧ ਸੰਗਤ ਘੁਮਾਇਆ ਜਾ ਰਿਹਾ, ਰਸਤੇ ਤੋਂ ਭਟਕਾਇਆ ਜਾ ਰਿਹਾ। ਖੈਰ, ਤੇ ਭਾਈ ਗੁਰਦਾਸ ਜੀ ਆਖਣ ਲੱਗੇ, ਕਹਿੰਦੇ ਸੈਣ ਰੂਪ ਹਰ ਹੋਏ ਕੈ ਆਇਆ ਰਾਣੈ ਨੂੰ ਰਿਝਾਈ। ਤੇ ਭਗਤ ਸ੍ਰੀ ਸੈਣ ਜੀ ਜਦੋਂ ਜਿਸ ਵਕਤ ਸਾਧੂ ਜਨਾਂ ਨੂੰ ਵਿਦਾ ਕੀਤਾ ਨਾ ਘਰ ਦੇ ਵਿੱਚੋਂ, ਤੇ ਉਹਨਾਂ ਨੂੰ ਵਿਦਾ ਕਰਕੇ ਸਾਧ ਸੰਗਤ ਜਦੋਂ ਰਾਜ ਦਰਬਾਰ ਵਿੱਚ ਗਏ, ਤੇ ਕਹਿੰਦੇ ਬੜੇ ਸ਼ਰਮਾਂਦੇ ਹੋਏ, ਬੜੇ ਸਾਧ ਸੰਗਤ ਡਰੇ ਹੋਏ ਕਿ ਅੱਜ ਮੈਨੂੰ ਰਾਜਾ ਸਜ਼ਾ ਦੇਵੇਗਾ, ਵੀ ਤੂੰ ਤਾਂ ਮੇਰੇ ਕੋਲ ਆਇਆ ਨਹੀਂ ਹੈ, ਤੂੰ ਅੱਜ ਮੇਰੀ ਸੇਵਾ ਨਹੀਂ ਕੀਤੀ, ਨੌਕਰੀ ਤੇ ਨਹੀਂ ਆਇਆ। ਕਹਿੰਦੇ ਅੱਗੋਂ ਕੀ ਹੋਇਆ, ਜਿਸ ਵਕਤ ਭਗਤ ਸ੍ਰੀ ਸੈਣ ਜੀ ਅੰਦਰ ਗਏ ਨਾ ਜੀ, ਕਹਿੰਦੇ ਰਾਣੈ ਅੱਗੋਂ ਸਦਕੈ ਖੋਲ ਕਵਾਏ ਗਲਹੋਂ ਪਹਿਨਾਈ। ਕਹਿੰਦੇ ਉਸ ਵਕਤ ਰਾਜੇ ਨਾ ਜੀ ਭਗਤ ਸ੍ਰੀ ਸੈਣ ਜੀ ਨੂੰ ਸਤਿਕਾਰ ਦੇ ਨਾਲ ਅੰਦਰ ਸੱਦਿਆ, ਤੇ ਸੱਦ ਕੇ ਸਾਧ ਸੰਗਤ ਆਪਣੇ ਗਲੇ ਦੀ ਮਾਲਾ ਉਤਾਰ ਕੇ ਸੋਨੇ ਦੀ, ਮੋਤੀਆਂ ਦੀ, ਉਹ ਭਗਤ ਸ੍ਰੀ ਸੈਣ ਜੀ ਦੇ ਗਲ ਦੇ ਵਿੱਚ ਪਾ ਦਿੱਤੀ। ਕਹਿੰਦੇ ਖੁਸ਼ ਕੀਤਾ ਅੱਜ ਰਾਣੇ ਨੂੰ। ਤੇ ਉਹ ਰਾਜਾ ਆਖਣ ਲੱਗਿਆ, ਕਹਿੰਦਾ ਅੱਜ ਤੁਸੀਂ ਸੇਵਾ ਬਹੁਤ ਵਧੀਆ ਕੀਤੀ ਹੈ, ਅੱਜ ਤੁਸੀਂ ਮੈਨੂੰ ਖੁਸ਼ ਕਰ ਦਿੱਤਾ ਹੈ। ਆ ਦੇਖੋ ਮੇਰੇ ਤਨ ਦਾ ਰੋਗ ਖਤਮ ਹੋ ਗਿਆ ਹੈ। ਗੁਰੂ ਕੇ ਸਿੱਖੋ ਯਾਦ ਰੱਖਿਓ, ਜਿਹੜਾ ਬੰਦਾ ਪਰਮਾਤਮਾ ਦੀ ਭਗਤੀ ਕਰਦਾ ਨਾ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਤੇ ਪਰਮਾਤਮਾ ਦਾ ਫਰਜ਼ ਬਣ ਜਾਂਦਾ ਹੈ ਆਪਣੇ ਭਗਤਾਂ ਦੇ ਕਾਰਜ ਕਰਨ ਦਾ, ਆਪਣੇ ਭਗਤਾਂ ਦੇ ਕਾਰਜ ਸਵਾਰਨ ਦਾ। ਇਹ ਪਰਮਾਤਮਾ ਦਾ ਫਰਜ਼ ਬਣ ਜਾਂਦਾ ਹੈ। ਇਸੇ ਕਰਕੇ ਤਾਂ ਜਦੋਂ ਆਪਾਂ ਸਾਡੇ ਕਾਰਜ ਹੁੰਦੇ, ਆਪਾਂ ਰੋਜ਼ ਬੇਨਤੀ ਕਰਦੇ ਹਾਂ ਕਿ ਸਾਧ ਸੰਗਤ ਘਰ ਦੇ ਵਿੱਚ ਮਹਾਰਾਜ ਸਰੂਪ ਲਿਆ ਕੇ ਕਾਰਜਾਂ ਵਾਸਤੇ ਬੇਨਤੀ ਕਰਦੇ ਹਾਂ। ਇੱਕ ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਵਿਰਦ ਹੈ ਆਪਣੇ ਸੇਵਕਾਂ ਦੀ ਪੈਜ ਰੱਖਣੀ, ਆਪਣੇ ਸੇਵਕਾਂ ਦੇ ਕਾਰ ਸੁਹੇਲੇ ਕਰਨੇ। ਪ੍ਰਗਟ ਕਰੇ ਭਗਤ ਵਡਿਆਈ, ਕਹਿੰਦੇ ਫਿਰ ਪਰਮਾਤਮਾ ਨੇ ਆਪਣੇ ਭਗਤ ਦੀ ਜਿਹੜੀ ਵਡਿਆਈ ਸੀ ਉਹ ਪ੍ਰਗਟ ਕਰ ਦਿੱਤੀ ਹੈ। ਤੇ ਜਦੋਂ ਭਗਤ ਸ੍ਰੀ ਸੈਣ ਜੀ ਨੂੰ ਪੁੱਛਿਆ, ਉਹ ਆਖਣ ਲੱਗੇ, ਕਹਿੰਦੇ ਮੈਂ ਤਾਂ ਸੇਵਾ ਵਾਸਤੇ ਆਇਆ ਨਹੀਂ ਹੈ, ਤੁਸੀਂ ਘਰੇ ਜਾ ਕੇ ਪਤਾ ਕਰ ਲਵੋ।
ਤੇ ਸਾਧ ਸੰਗਤ ਮੈਂ ਨੇੜੇ ਕਰਕੇ ਬੇਨਤੀ ਕਰਦੇ ਆ, ਜਦੋਂ ਸਾਰਾ ਪਤਾ ਕੀਤਾ ਨਾ ਭਗਤ ਸ੍ਰੀ ਸੈਣ ਜੀ ਘਰੇ ਸੀ ਤੇ ਇਹਨਾਂ ਦੀ ਜਗ੍ਹਾ ਕੋਈ ਹੋਰ ਆ ਕੇ ਸੇਵਾ ਕਰਕੇ ਗਿਆ ਹੈ, ਤੇ ਰਾਜੇ ਦਾ ਵਿਸ਼ਵਾਸ ਇਹੋ ਜਿਹਾ ਬਣ ਗਿਆ, ਉਹਨਾਂ ਨੇ ਆਪਣਾ ਮੱਥਾ ਭਗਤ ਸ੍ਰੀ ਸੈਣ ਜੀ ਦੇ ਚਰਨਾਂ ਤੇ ਰੱਖ ਦਿੱਤਾ ਕਿ ਤੁਹਾਡੇ ਕਰਕੇ ਮੇਰੇ ਤਨ ਦਾ ਰੋਗ ਖਤਮ ਹੋਇਆ ਹੈ, ਤੁਹਾਡੇ ਕਰਕੇ ਮੈਨੂੰ ਰੱਬ ਦੇ ਦਰਸ਼ਨ ਹੋਏ ਹੈ। ਤੇ ਸਾਧ ਸੰਗਤ ਉਸੇ ਵਕਤ ਉਸ ਰਾਜੇ ਨੇ ਭਗਤ ਸ੍ਰੀ ਸੈਣ ਜੀ ਮਹਾਰਾਜ ਇਹਨਾਂ ਨੂੰ ਆਪਣਾ ਗੁਰੂ ਵੀ ਬਣਾਇਆ ਤੇ ਸਾਧ ਸੰਗਤ ਬਹੁਤ ਸਤਿਕਾਰ ਕੀਤਾ। ਤੇ ਅੱਜ ਵੀ ਸਾਧ ਸੰਗਤ ਜਿਹੜੀ ਨਾਈ ਬਰਾਦਰੀ, ਖਿਮਾ ਕਰਿਓ ਸਾਧ ਸੰਗਤ, ਇਤਿਹਾਸ ਮੈਨੂੰ ਬੋਲਣੇ ਪੈਣਾ ਜੀ, ਅੱਜ ਵੀ ਕਈ ਜਿਹੜੇ ਇਹਨਾਂ ਨੂੰ ਲੋਕ ਰਾਜੇ ਆਖਦੇ ਆ ਵੀ ਰਾਜੇ ਆ। ਰਾਜੇ ਦਾ ਮਤਲਬ ਕੀ ਆ ਕਿ ਇਹਨਾਂ ਦੀ ਰਾਜ ਦਰਬਾਰ ਦੇ ਵਿੱਚ ਚੱਲਦੀ ਬਹੁਤ ਹੈ। ਰਾਜਾ ਵੀ ਸਾਧ ਸੰਗਤ ਭਗਤ ਸ੍ਰੀ ਸੈਣ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕਰ ਗਿਆ ਸੀ, ਉਹਨਾਂ ਨੇ ਵੀ ਸਾਧ ਸੰਗਤ ਆਪਣਾ ਸਿਰ ਝੁਕਾ ਦਿੱਤਾ ਸੀ। ਤੇ ਹੌਲੀ ਹੌਲੀ ਜਦੋਂ ਪਤਾ ਲੱਗਿਆ ਭਗਤ ਸ੍ਰੀ ਸੈਣ ਜੀ ਨੂੰ ਕਿ ਪ੍ਰਮਾਤਮਾ ਨੇ ਮੇਰੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ, ਸਾਧ ਸੰਗਤ ਉਹ ਕਿਰਤ ਛੱਡ ਕੇ ਇਹ ਫਿਰ ਪ੍ਰਮਾਤਮਾ ਦੀ ਭਗਤੀ ਦਾ ਪ੍ਰਚਾਰ ਕਰਨ ਲੱਗੇ, ਲੋਕਾਂ ਨੂੰ ਸਾਧ ਸੰਗਤ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਨ ਲੱਗੇ। ਜੋੜਦਿਆਂ ਸਾਧ ਸੰਗਤ ਇਹ ਰਾਜਸਥਾਨ ਤੋਂ ਚੱਲਦੇ ਜਿਹੜਾ ਅੱਜ ਫਲੌਰ ਦੇ ਨਜ਼ਦੀਕ ਸਾਧ ਸੰਗਤ ਪ੍ਰਤਾਪਪੁਰਾ ਹੈ, ਉੱਥੇ ਇਹਨਾਂ ਦਾ ਸਥਾਨ ਬਣਿਆ ਹੋਇਆ ਹੈ। ਕਦੇ ਸੋਹਲ ਪਿੰਡ ਜਾਣਾ, ਇੱਥੇ ਤੱਕ ਕਿ ਆ ਕੇ ਜਦੋਂ ਇਹਨਾਂ ਨੇ ਇੱਥੇ ਪ੍ਰਤਾਪਪੁਰੇ ਆ ਕੇ ਭਗਤੀ ਕੀਤੀ, ਲੋਕਾਂ ਨੂੰ ਸੰਗਤ ਨਾਲ ਜੋੜਿਆ, ਇਹਨਾਂ ਦੇ ਨਾਮ ਦੇ ਉੱਪਰ ਹੀ ਸਾਧ ਸੰਗਤ ਉਸ ਪਿੰਡ ਦਾ ਨਾਮ ਪ੍ਰਤਾਪਪੁਰਾ ਪੈ ਗਿਆ ਸੀ। ਇਹਨਾਂ ਦੇ ਪ੍ਰਤਾਪ ਕਰਕੇ, ਬੰਦਗੀ ਕਰਕੇ ਉਸ ਜਗ੍ਹਾ ਦਾ ਨਾਮ ਹੀ ਪ੍ਰਤਾਪਪੁਰਾ ਪੈ ਗਿਆ ਸੀ। ਸਾਡੇ ਆਪਣੇ ਇੱਥੇ ਚਲੋ ਨਜ਼ਦੀਕ ਹੀ ਹੈ ਸਾਧ ਸੰਗਤ, ਖੈਰ ਪਰ ਜਿਹੜੀ ਮਨਮਤ ਹੈ ਸਾਧ ਸੰਗਤ, ਇਹ ਤਾਂ ਮੈਂ ਦੱਸਿਆ ਵੀ ਜਿਹੜੀ ਸਾਖੀਆਂ ਦੀ ਕਰਾਮਾਤ ਹੈ ਕਿਵੇਂ ਚੱਲ ਰਹੀ ਹੈ। ਗੁਰੂ ਕਿਰਪਾ ਕਰੇ ਆਪਾਂ ਸਾਧ ਇਹਨਾਂ ਚੀਜ਼ਾਂ ਵਿੱਚੋਂ ਨਿਕਲ ਸਕੀਏ। ਤੇ ਭਗਤ ਸ੍ਰੀ ਸੈਣ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ। ਹੁਣ ਮੈਂ ਸਿਰਫ ਸ਼ਬਦ ਦੇ ਭਾਵ ਅਰਥ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ, ਬੜੇ ਧਿਆਨ ਨਾਲ ਸ਼ਰਵਣ ਕਰਿਓ ਜੀ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 695 ਅੰਗ ਦੇ ਉੱਪਰ ਸੁਭਾਇਮਾਨ ਹੈ। ਮੈਂ ਕੋਸ਼ਿਸ਼ ਕਰਾਂਗਾ ਵੀ ਤੁਸੀਂ ਯਾਦ ਰੱਖਿਓ ਜੀ, ਜਦੋਂ ਵੀ ਆਪਾਂ ਕਿਤੇ ਬੈਠੀਏ ਸਾਨੂੰ ਪਤਾ ਲੱਗ ਸਕੇ ਇਹ ਜਿਹੜਾ ਇਹ ਸ਼ਬਦ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 695 ਅੰਗ ਦੇ ਉੱਪਰ ਰਾਗ ਧਨਾਸਰੀ ਦੇ ਵਿੱਚ ਇੱਕੋ ਹੀ ਸ਼ਬਦ ਹੈ ਜੀ, ਭਗਤ ਸ੍ਰੀ ਸੈਣ ਜੀ ਦਾ। ਤੇ ਇਹ ਸ਼ਬਦ ਦੀ ਆਰੰਭਤਾ ਹੁੰਦੀ ਹੈ ਧੂਪ ਦੀਪ ਘ੍ਰਿਤ ਸਾਜ ਆਰਤੀ, ਬਾਰਨੇ ਜਾਓ ਕਮਲਾ ਪੱਤੀ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ। ਹੁਣ ਜਿਹੜਾ ਮੰਗਲ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੈਸੇ ਬਹੁਤ ਵਾਰੀ ਆਇਆ ਜੀ ਹੈ, ਮੈਂ ਉਦਾਹਰਨ ਤੌਰ ਤੇ ਬੇਨਤੀ ਕਰਦੇ ਹਾਂ। ਜਿਹੜਾ ਮੰਗਲ ਸ਼ਬਦ ਹੈ ਖੁਸ਼ੀ ਦਾ ਪ੍ਰਤੀਕ ਹੈ ਜੀ, ਆਨੰਦ ਦਾ ਪ੍ਰਤੀਕ ਹੈ। ਭਗਤ ਜੀ ਆਖਦੇ ਨੇ, ਕਹਿੰਦੇ ਮੰਗਲਾ ਹਰ ਮੰਗਲਾ, ਮੇਰੇ ਅੰਦਰ ਆਨੰਦ ਹੈ, ਖੁਸ਼ੀ ਹੈ, ਖੇੜਾ ਹੈ। ਕਿਉਂ ਹੈ? ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ, ਕਿਉਂਕਿ ਮੇਰੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ, ਮੈਂ ਪਰਮਾਤਮਾ ਦੀ ਭਗਤੀ ਕਰਦਾ, ਬੰਦਗੀ ਕਰਦਾ ਹੈ। ਇਸ ਕਰਕੇ ਜਿੱਥੇ ਪਰਮਾਤਮਾ ਉੱਥੇ ਖੁਸ਼ੀ ਖੇੜਾ ਹੀ ਹੈ। ਹੁਣ ਜਿੱਥੇ ਪਰਮਾਤਮਾ ਵੀ ਉੱਥੇ ਦੁੱਖ ਥੋੜੇ ਹੋ ਸਕਦਾ ਜੀ। ਜਦੋਂ ਰੱਬ ਸਾਡੇ ਅੰਦਰ ਆ ਕੇ ਵਸ ਗਿਆ, ਜਦੋਂ ਪਰਮਾਤਮਾ ਦਾ ਸਿਮਰਨ ਸਾਡੇ ਅੰਦਰ ਆ ਕੇ ਵਸ ਗਿਆ, ਤੇ ਫਿਰ ਉਹ ਹਿਰਦਾ ਕਿਵੇਂ ਦੁਖੀ ਹੋ ਸਕਦਾ ਹੈ? ਉਹ ਮਨ ਕਿਵੇਂ ਦੁਖੀ ਹੋ ਸਕਦਾ ਹੈ? ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ, ਜਿਹੜਾ ਰਾਜਾ ਰਾਮ, ਪਰਮਾਤਮਾ ਰਾਮ, ਸਾਰੇ ਪਾਸੇ ਰਮਿਆ ਹੋਇਆ ਰਾਮ ਹੈ। ਮੈਂ ਉਹਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਉਂਦਾ ਤੇ ਉਹਦਾ ਖੁਸ਼ੀ, ਉਹਦਾ ਮਿਹਰ ਭਰਿਆ ਹੱਥ ਮੇਰੇ ਸਿਰ ਦੇ ਉੱਪਰ ਹੈ। ਇਹ ਰਹਾਉ ਦੀ ਪੰਕਤੀ ਹੈ। ਹੁਣ ਸ਼ਬਦ ਦੀ ਆਰੰਭਤਾ ਹੁੰਦੀ ਧੂਪ ਦੀਪ ਘ੍ਰਿਤ ਸਾਜ ਆਰਤੀ। ਹੁਣ ਜਦੋਂ ਲੋਕ ਰੱਬ ਦੀ ਪੂਜਾ ਕਰਦੇ ਸੀ ਸਾਧ ਸੰਗਤ, ਉਹਨਾਂ ਨੇ ਦੀਵੇ ਬਾਲਣੇ, ਅਗਰਬੱਤੀਆਂ ਬਾਲਣੀਆਂ, ਧੂਪ ਬਾਲਣਾ, ਸਾਧ ਸੰਗਤ ਘਿਓ ਦੇ ਵਿੱਚ ਬੱਤੀਆਂ ਬਣਾ ਕੇ ਘਿਓ ਬਾਲਣਾ, ਧੂਪ ਦੀਪ ਘ੍ਰਿਤ ਸਾਜ, ਇਹ ਸਭ ਕੁਛ ਤਿਆਰ ਕਰਕੇ ਨਾ ਜੀ ਫਿਰ ਕਹਿੰਦੇ ਪਰਮਾਤਮਾ ਦੀ ਆਰਤੀ ਕਰਨੀ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਮਹਾਰਾਜ ਕਹਿੰਦੇ ਯਾਦ ਰੱਖ ਹਿਰਦੈ ਕੁਸੁਧੈ ਕਿਆ ਥੀ ਹੈ। ਮਹਾਰਾਜ ਕਹਿੰਦੇ ਸੀਸ ਨਵਾਇਆ ਕਿਆ ਥੀ ਹੈ, ਜਾਂ ਹਿਰਦੈ ਕੁਸੁਧੈ ਜਾਹੇ। ਖਿਮਾ ਕਰੋ ਸਾਧ ਸੰਗਤ, ਮਹਾਰਾਜ ਕਹਿੰਦੇ ਤੇਰੇ ਇਸ ਕੰਮ ਦੇ ਨਾਲ ਕੀ ਹੋ ਜਾਣਾ ਆ?
ਜੇ ਤੂੰ ਪਰਮਾਤਮਾ ਅੱਗੇ ਆ ਕੇ ਸੀਸ ਵੀ ਨਿਭਾ ਦੇਵੇਂ, ਜੇ ਤੇਰੇ ਅੰਦਰੋਂ ਮੈਲ ਹੀ ਨਹੀਂ ਖਤਮ ਹੋ ਰਹੀ ਹੈ, ਤੇਰੇ ਅੰਦਰੋਂ ਈਰਖਾ ਹੀ ਨਹੀਂ ਖਤਮ ਹੋ ਰਹੀ ਹੈ, ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਸੀਸ ਨਿਭਾਇਆ ਕਿਆ ਥੀ ਹੈ, ਕਿਆ ਹੋ ਜਾਵੇਗਾ? ਹਿਰਦੈ ਕਸੁੱਧੈ ਜਾਹੇ। ਮਹਾਰਾਜ ਕਹਿੰਦੇ ਜੇ ਤੇਰਾ ਹਿਰਦਾ ਹੀ ਅੰਦਰੋਂ, ਹਿਰਦਾ ਹੀ ਕਾਲਾ ਹੈ, ਮੈਲ ਦੇ ਨਾਲ ਭਰਿਆ ਹੋਇਆ ਹੈ, ਤੇਰੇ ਮਨ ਦੇ ਅੰਦਰ ਈਰਖਾ ਹੈ, ਜਾਤ ਪਾਤ ਦਾ ਮਹਾਰਾਜ ਕਹਿੰਦੇ ਕੀੜਾ ਲੈ ਕੇ ਬੈਠਾ, ਫਿਰ ਜਿੰਨਾ ਮਰਜ਼ੀ ਸੀਸ ਨਿਭਾਈ ਜੇ, ਮਹਾਰਾਜ ਕਹਿੰਦੇ ਕੋਈ ਫਾਇਦਾ ਨਹੀਂ ਹੋਣਾ। ਤੇ ਭਗਤ ਜੀ ਆਖਦੇ ਨੇ, ਕਹਿੰਦੇ ਲੋਕ ਇਦਾਂ ਕਰਕੇ ਆਰਤੀ ਕਰਦੇ ਸੀ ਤੇ ਮੈਂ ਕੀ ਕੀਤਾ ਹੈ, ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ। ਕਹਿੰਦੇ ਮੈਂ ਆਪਣੇ ਆਪ ਨੂੰ ਹੀ ਪਰਮਾਤਮਾ ਤੋਂ ਬਲਿਹਾਰ ਕਰ ਦਿੱਤਾ, ਮੈਂ ਆਪਣੇ ਆਪ ਨੂੰ ਪਰਮਾਤਮਾ ਤੋਂ ਬਲਿਹਾਰ ਕਰ ਦਿੱਤਾ, ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਹੈ। ਇਹ ਬੇਨਤੀ ਸਾਧ ਸੰਗਤ ਭਗਤ ਸ੍ਰੀ ਸੈਣ ਜੀ ਕਰ ਰਹੇ ਆ। ਅੱਛਾ, ਦੂਸਰੀ ਬੇਨਤੀ ਸੁਣੋ ਸਾਧ ਸੰਗਤ, ਮੰਨ ਕੇ ਚੱਲੋ ਅਜੋਕੇ ਸਮੇਂ ਦੀ ਗੱਲ ਕਰੀਏ, ਅੱਜ ਦੇਸੀ ਕਿ ਕਿੰਨਾ ਮਹਿੰਗਾ ਆ। ਸਾਧ ਸੰਗਤ ਜੇ ਕੋਈ ਬੰਦਾ ਗਰੀਬ ਵਿਚਾਰਾ, ਉਹ ਮਾਤੜ ਸਾਥੀ ਹੋਵੇ, ਉਹ ਤਾਂ ਸਾਧ ਸੰਗਤ ਦੀਵਾ ਵੀ ਨਹੀਂ ਬਾਲ ਸਕਦਾ ਦੇਸੀ ਘੀ ਦਾ। ਤੇ ਜੇ ਉਹ ਦੀਵਾ ਨਹੀਂ ਬਾਲ ਸਕਦਾ, ਮਹਿੰਗੇ ਮਹਿੰਗੇ ਆ ਕੇ ਸਾਧ ਸੰਗਤ ਕੋਈ ਉਹ ਖੁਸ਼ਬੂਦਾਰ ਜਿਹੜੇ ਧੂਪ ਹੈ ਜਾਂ ਅਗਰਬੱਤੀਆਂ ਉਹ ਨਹੀਂ ਸਾਧਨਾ ਕਰ ਸਕਦਾ, ਫਿਰ ਤਾਂ ਇਹਦਾ ਮਤਲਬ ਹੈ ਉਹ ਪਰਮਾਤਮਾ ਨੂੰ ਪਾ ਹੀ ਨਹੀਂ ਸਕਦਾ ਹੈ। ਜੇ ਪਰਮਾਤਮਾ ਵਾਸਤੇ ਸਭ ਕੁਝ ਜ਼ਰੂਰੀ ਹੈ, ਸਾਧ ਸੰਗਤ ਅਨੇਕਾਂ ਸ਼ਬਦ ਹੈ ਗੁਰਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਪਰਮਾਤਮਾ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ ਜੀ। ਮੈਂ ਇੱਕ ਸਿਰਫ ਬੇਨਤੀ, ਸਮਾਂ ਵੀ ਮੇਰਾ ਨੇੜੇ ਹੋ ਰਿਹਾ ਜੀ, ਮੈਂ ਇੱਕ ਬੇਨਤੀ ਛੋਟੀ ਜਿਹੀ ਕਰਨ ਲੱਗਿਆ। ਰੋਜ਼ ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਜਦੋਂ ਆਪਾਂ 1600 ਦਾ ਪਾਠ ਕਰਦੇ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ। ਮਹਾਰਾਜ ਕਹਿੰਦੇ ਕਿਹੋ ਜਿਹੀ ਆਰਤੀ ਹੈ, ਇਹ ਭਵਖੰਡਨ, ਇਹ ਭਵਨਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਇਹ ਕਿਹੋ ਜਿਹੀ ਆਰਤੀ ਹੈ। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਾਹਤਾ ਸ਼ਰਬਾ ਜੰਤ ਭੇਰੀ ਰਹਾਓ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਣ, ਕਹਿੰਦੇ ਜਿਹੜੀਆਂ ਝੂਠੀਆਂ ਆਰਤੀਆਂ ਨਾ, ਇਹ ਤਾਂ ਸਾਧ ਸੰਗਤ ਘੰਟੇ ਵਿੱਚ ਗੁੱਲ ਹੋ ਜਾਂਦੀਆਂ ਆ। ਹੁਣ ਤੁਸੀਂ ਦੀਵਾ ਬਾਲ ਕੇ ਰੱਖ ਦਿਓ, ਕਿੰਨਾ ਕੁ ਟਾਈਮ ਚੱਲ ਪਵੇਗਾ ਜੀ? ਉਹ ਦੀਵਾ ਘੰਟੇ ਬਾਅਦ, ਅੱਧੇ ਘੰਟੇ ਬਾਅਦ ਉਹ ਗੁੱਲ ਹੋ ਜਾਣਾ, ਉਹ ਬੁੱਝ ਜਾਣਾ ਹੈ। ਸਾਡਾ ਲਗਾਇਆ ਹੋਇਆ ਧੂਫ ਅਗਰਬੱਤੀ ਉਹ ਖਤਮ ਹੋ ਜਾਣੀ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਣ, ਕਹਿੰਦੇ ਕਿਸੇ ਦੇ ਅੰਦਰ ਤਾਕਤ ਹੈ ਤਾਂ ਜਿਹੜਾ ਰੱਬ ਦਾ ਬਣਾਇਆ ਹੋਇਆ ਦੀਵਾ ਸੂਰਜ, ਮਹਾਰਾਜ ਕਹਿੰਦੇ ਉਹਨੂੰ ਮਿਟਾ ਕੇ ਦੱਸੇ। ਰੱਬ ਦਾ ਬਣਾਇਆ ਹੋਇਆ ਚੰਦਰਮਾ ਜਿਹੜਾ ਦੀਵਾ ਹੈ ਉਹਨੂੰ ਮਿਟਾ ਕੇ ਦੱਸੇ। ਮਹਾਰਾਜ ਕਹਿੰਦੇ ਗਗਨ ਮੈਂ ਥਾਲ ਰੱਬ, ਰੱਬ ਦਾ ਅਰਥ ਹੈ ਜੀ ਸਾਧ ਸੰਗਤ ਚੰਦਰਮਾ, ਰੱਬ ਚੰਦ ਸੂਰਜ ਬਣੇ ਵਾਹਿਗੁਰੂ ਜੀ, ਰੱਬ ਦਾ ਅਰਥ ਹੈ ਸੂਰਜ। ਮਹਾਰਾਜ ਕਹਿੰਦੇ ਇਹ ਜਿਹੜੇ ਦੀਵੇ ਪਰਮਾਤਮਾ ਨੇ ਤੁਹਾਡੀ ਸੇਵਾ ਵਾਸਤੇ ਪਹਿਲੇ ਬਣਾ ਕੇ ਰੱਖ ਦਿੱਤੇ ਆ, ਇਹਨਾਂ ਨੂੰ ਜਗਾਉਣ ਦੀ ਲੋੜ ਨਹੀਂ ਹੈ, ਇਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ, ਇਹਨਾਂ ਨੇ ਆਪਣੇ ਆਪ ਹੀ ਸਮੇਂ ਸਿਰ, ਮਹਾਰਾਜ ਕਹਿੰਦੇ ਆਪਣੇ ਆਪ ਹੀ ਜਗੀ ਜਾਣਾ ਹੈ। ਸਾਨੂੰ ਪੈਸੇ ਖਰਚਣ ਦੀ ਲੋੜ ਨਹੀਂ ਹੈ, ਅਸੀਂ ਕਦੇ ਪੈਸੇ ਥੋੜ੍ਹੇ ਖਰਚਾਂਗੇ ਵੀ ਸੂਰਜ ਨੂੰ ਜਗਾਈਏ। ਇੱਕ ਪੈਸਾ ਵੀ ਨਹੀਂ ਲੱਗਣਾ, ਇੱਕ ਧੇਲਾ ਵੀ ਨਹੀਂ ਲੱਗਣਾ। ਮਹਾਰਾਜ ਕਹਿੰਦੇ ਪਰਮਾਤਮਾ ਨੇ ਦੀਵੇ ਇਹੋ ਜਿਹੇ ਥਾਪ ਦਿੱਤੇ, ਤੁਹਾਡੀ ਸੇਵਾ ਦੇ ਵਿੱਚ ਆਪਣੇ ਆਪ ਹੀ ਤਤਪਰ ਹੁੰਦੇ ਆ। ਇਹ ਤੁਹਾਨੂੰ ਕਾਰੇ ਲਾ ਕੇ ਰੱਖਦੇ ਸਾਧ ਸੰਗਤ ਸਾਰੇ। ਮਹਾਰਾਜ ਕਹਿੰਦੇ ਬਸ ਇੱਕੋ ਕੰਮ ਕਰ, ਇਹਨਾਂ ਦੀ ਰੋਸ਼ਨੀ ਦੇ ਵਿੱਚ ਨਾ, ਇਹਨਾਂ ਦੇ ਮਹਾਰਾਜ ਕਹਿੰਦੇ ਇਹਨਾਂ ਦੇ ਚਿਰਾਗ ਦੇ ਵਿੱਚ, ਇਹਨਾਂ ਦੇ ਚਾਨਣ ਦੇ ਵਿੱਚ ਰੱਬ ਨੂੰ ਪਛਾਣ ਲੈ। ਬਸ ਰੱਬ ਨੂੰ ਮਹਾਰਾਜ ਕਹਿੰਦੇ ਪਛਾਣਨ ਦਾ ਯਤਨ ਕਰ ਤੂੰ। ਇਸ ਕਰਕੇ ਭਗਤ ਸ੍ਰੀ ਸੈਣ ਜੀ ਆਖਣ ਲੱਗੇ, ਵਾਰਨੇ ਜਾਓ ਕਮਲਾਪਤੀ। ਮਹਾਰਾਜ ਕਹਿੰਦੇ ਝੂਠੀ ਆਰਤੀਆਂ ਦੀ ਮੈਨੂੰ ਲੋੜ ਨਹੀਂ, ਮੈਂ ਤਾਂ ਆਪਣੇ ਆਪ ਨੂੰ ਹੀ ਪਰਮਾਤਮਾ ਤੋਂ ਵਾਰਨੇ ਬਲਿਹਾਰਨੇ ਕਰ ਦਿੱਤਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੈ। ਅੱਗੇ ਪਾਤਸ਼ਾਹ ਜੀ ਆਖਦੇ ਨੇ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ ਉਤਮ ਦੀਅਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾਪਤੀ। ਐ ਕਮਲਾਪਤੀ, ਐ ਅਕਾਲ ਪੁਰਖ ਵਾਹਿਗੁਰੂ, ਮੇਰੇ ਲਈ ਤੂੰ ਹੀ ਦੀਵਾ ਹੈ, ਤੂੰ ਹੀ ਮੇਰੇ ਲਈ ਬੱਤੀ ਹੈ, ਤੂੰ ਹੀ ਮੇਰੇ ਲਈ ਸਭ ਕੁਝ ਹੈ। ਉਤਮ ਦੀਅਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾਪਤੀ। ਰਾਮਾ ਭਗਤ, ਜਦੋਂ ਤੁਸੀਂ ਇੱਥੇ ਵਾਹਿਗੁਰੂ ਜੀ ਜਿਹੜੇ ਸਿੱਖ ਗੁਰਬਾਣੀ ਪੜ੍ਹਦੇ ਨੇ, ਤੁਸੀਂ ਸ਼ਬਦ ਨੂੰ ਪੜ੍ਹਿਓ, ਇੱਥੇ ਜਿਹੜਾ ਭਗਤ ਸ਼ਬਦ ਲਿਖਿਆ ਵਾ ਉਹ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਇੱਥੇ ਭਗਤ ਦਾ ਅਰਥ ਹੈ ਭਗਤੀ, ਰਾਮਾ ਦਾ ਅਰਥ ਹੈ ਸਾਧ ਸੰਗਤ ਜਿਹੜਾ ਸਾਰੇ ਪਾਸੇ ਰਮਿਆ ਹੋਇਆ ਪਰਮਾਤਮਾ ਹੈ। ਜਦੋਂ ਗੁਰਬਾਣੀ ਦੇ ਵਿੱਚ ਰਾਮ ਦੀ ਗੱਲ ਆਈ ਨਾ ਜੀ,
ਉਹ ਰਮੇ ਹੋਏ ਪਰਮਾਤਮਾ ਦੀ ਗੱਲ ਆਈ। ਜਦੋਂ ਰਾਮਚੰਦਰ ਜੀ ਦੀ ਗੱਲ ਆਈ ਹੈ ਤੇ ਉਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੋਲ ਕੇ ਆਖਿਆ ਹੈ, ਮਹਾਰਾਜ ਕਹਿੰਦੇ ਕਿ ਜਿਹੜਾ ਰਾਮਚੰਦਰ ਹੈ ਨਾ, ਸੀਤਾ ਲਖਮਣ ਵਿਛੜ ਗਿਆ, ਮਹਾਰਾਜ ਕਹਿੰਦੇ ਰਾਮਚੰਦਰ ਵੀ ਸਾਧ ਸੰਗਤ ਰੋਇਆ ਸੀ। ਇੱਥੇ ਰਾਮਚੰਦਰ ਦੀ ਗੱਲ ਚੱਲਦੀ ਹੈ ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਚਲੋ ਇੱਕ ਵਾਰੀ ਹੋਰ ਸਾਧ ਸੰਗਤ ਰਾਮਚੰਦਰ ਜੀ ਗੱਲ ਕੀਤੀ। ਮਹਾਰਾਜ ਕਹਿੰਦੇ ਜਦੋਂ ਰਾਮ ਦੀ ਗੱਲ ਆਉਂਦੀ ਹੈ ਤੇ ਉੱਥੇ ਰਮੇ ਹੋਏ ਪਰਮਾਤਮਾ ਜਿਹੜਾ ਸਾਰੇ ਪਾਸੇ ਰਮਿਆ ਹੋਇਆ ਹੈ, ਮਹਾਰਾਜ ਕਹਿੰਦੇ ਉਸ ਰਾਮ ਨੂੰ ਆਪਣੇ ਹਿਰਦੇ ਅੰਦਰ ਵਸਾ। ਰਾਮਾ ਭਗਤ ਰਾਮਾਨੰਦ ਜਾਣੈ, ਰਾਮ ਰਮੇ ਹੋਏ ਰਾਮ ਦੀ ਭਗਤੀ ਕਰਕੇ ਜਿਹੜਾ ਰਾਮਾਨੰਦ ਹੈ, ਰਾਮਾਨੰਦ ਇੱਥੇ ਸਾਡੇ ਵਿਦਵਾਨਾਂ ਨੇ ਕੀ ਅਰਥ ਕਰਦੇ ਨੇ, ਰਾਮਾਨੰਦ ਜਿਹੜਾ ਭਗਤ ਸ੍ਰੀ ਸੈਣ ਜੀ ਦੇ ਜਿਹਦੇ ਕੋਲ ਸ਼ਬਦ ਲਿਆ ਸੀ ਨਾ, ਉਹਨੂੰ ਸਾਧ ਸੰਗਤ ਆਖ ਦਿੱਤਾ ਹੈ। ਖਿਮਾ ਕਰਿਓ ਸਾਧ ਸੰਗਤ, ਇੱਥੇ ਰਾਮਾਨੰਦ ਦਾ ਅਰਥ ਹੈ ਜਿਹੜਾ ਸਾਰੇ ਬ੍ਰਹਿਮੰਡ ਦਾ ਸਾਧ ਸੰਗਤ ਪਰਮਾਤਮਾ ਹੈ, ਅਕਾਲ ਪੁਰਖ ਵਾਹਿਗੁਰੂ। ਰਾਮਾਨੰਦ, ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਜਦੋਂ ਕਹਿੰਦੇ ਭਗਤੀ ਕਰੂੰਗਾ ਨਾ ਜੀ, ਸੁਣਿਓ ਸਾਧ ਸੰਗਤ ਸ਼ਬਦ, ਪੂਰਨ ਪਰਮਾਨੰਦ, ਮਹਾਰਾਜ ਕਹਿੰਦੇ ਤੇਰੇ ਅੰਦਰ ਪਰਮਾਨੰਦ ਆ ਜਾਵੇਗਾ। ਪੂਰਨ ਪਰਮਾਨੰਦ ਬਖਾਨੈ। ਅਖੀਰ ਵਿੱਚ ਆਖਦੇ ਨੇ ਮਦਨ ਮੂਰਤ ਪੈ ਤਾਰ ਗੋਬਿੰਦੇ। ਮਦਨ ਮੂਰਤ, ਮਦਨ ਦਾ ਅਰਥ ਹੈ ਸਾਧ ਸੰਗਤ ਮਸਤ, ਜਿਹਨੂੰ ਕਿਸ ਦੀ ਕੋਈ ਪਰਵਾਹ ਨਾ ਹੋਵੇ। ਸਾਨੂੰ ਤਾਂ ਪਰਵਾਹ ਹੁੰਦੀ ਨਾ ਜੀ, ਸਾਨੂੰ ਤਾਂ ਡਰ ਹੁੰਦਾ ਇੱਕ ਦੂਏ ਦਾ, ਪਰ ਕਹਿੰਦੇ ਜਿਹੜਾ ਉਹ ਪਰਮਾਤਮਾ ਅਕਾਲ ਪੁਰਖ ਹੈ ਆਪਣੀ ਰੰਗ ਵਿੱਚ ਆਪਣੇ ਆਪ ਵਿੱਚ ਮਸਤ ਹੈ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਉਹ ਜਿੱਡਾ ਮਰਜ਼ੀ ਵੱਡਾ ਹੋਵੇ ਜੀ, ਜਿੱਡਾ ਮਰਜ਼ੀ ਕੋਈ ਸ਼ੌਹਰਤ ਵਾਲਾ ਹੋਵੇ, ਪਰਮਾਤਮਾ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਮਦਨ ਮੂਰਤ ਭੈ ਤਾਰ ਗੋਬਿੰਦੇ, ਭੈ ਦਾ ਅਰਥ ਹੈ ਡਰ। ਕਹਿੰਦੇ ਭਗਤ ਸ੍ਰੀ ਸੈਣ ਜੀ ਆਖਣ, ਕਹਿੰਦੇ ਮੈਂ ਉਸ ਪਰਮਾਤਮਾ ਨੂੰ ਜਪਿਆ ਜਿਹੜਾ ਹਰ ਵਕਤ ਮਸਤ ਰਹਿੰਦਾ ਆ, ਆਨੰਦ ਵਿੱਚ ਰਹਿੰਦਾ ਹੈ, ਖੁਸ਼ੀ ਵਿੱਚ ਰਹਿੰਦਾ ਹੈ। ਮਦਨ ਮੂਰਤ ਭੈ, ਉਹ ਕੀ ਕਰਦਾ ਹੈ, ਸਾਡੇ ਅੰਦਰ ਦਾ ਡਰ ਖਤਮ ਕਰ ਦਿੰਦਾ ਹੈ। ਭੈ ਤਾਰ ਗੋਬਿੰਦੇ, ਜਿਹੜਾ ਸੰਸਾਰ ਦੇ ਵਿੱਚ ਡਰ ਬਣਿਆ ਹੋਇਆ ਨਾ ਜੀ ਜਨਮ ਮਰਨ ਦਾ, ਪਰ ਕਹਿੰਦੇ ਖਤਮ ਕਰ ਦਿੰਦਾ ਹੈ। ਮਦਨ ਮੂਰਤ ਭੈ ਤਾਰ ਗੋਬਿੰਦੇ। ਤੇ ਅਖੀਰ ਵਿੱਚ ਆਖਦੇ ਨੇ ਕਹਿੰਦੇ ਸੈਣ ਭਣੇ ਭਜ ਪਰਮਾਨੰਦੇ। ਕਹਿੰਦੇ ਭਗਤ ਸ੍ਰੀ ਸੈਣ ਜੀ ਨੇ ਫਿਰ ਉਸ ਪਰਮਾਤਮਾ ਨੂੰ ਭਣਿਆ, ਭਣਿਆ ਦਾ ਅਰਥ ਹੈ ਜਪਿਆ। ਕਹਿੰਦੇ ਉਸ ਪਰਮਾਤਮਾ ਨੂੰ ਜਪਿਆ ਹੈ ਸਾਧ ਸੰਗਤ। ਇਸ ਕਰਕੇ ਜਦੋਂ ਮਨੁੱਖ ਸੱਚੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਬੰਦਗੀ ਕਰਦਾ, ਫਿਰ ਸਾਧ ਸੰਗਤ ਜਿਹੜਾ ਉਹਦਾ ਸਤਿਕਾਰ ਹੁੰਦਾ ਹੈ, ਸਮਾਜ ਸਤਿਕਾਰ ਕਰਦਾ, ਦੁਨੀਆ ਦੇ ਵਿੱਚ ਉਹਦਾ ਸਤਿਕਾਰ ਹੁੰਦਾ ਹੈ। ਤੇ ਫਿਰ ਸਾਧ ਸੰਗਤ ਸਤਿਕਾਰ ਕਰਦਿਆਂ ਨਾ ਜੀ, ਅੱਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਇਹਨਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਵਿੱਚ ਦਰਜ ਹੈ। ਤੇ ਅੱਜ ਸਾਰੇ ਲੋਕ ਸਾਧ ਸੰਗਤ ਸੀਸ ਝੁਕਾ ਕੇ ਇਹਨਾਂ ਦੇ ਕੋਲੋਂ ਮੰਗਾ ਮੰਗਦੇ ਆ ਤੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਰਹਿਮਤ ਕਰੋ। ਮੈਂ ਫਿਰ ਬੇਨਤੀ ਕਰਦੇ ਹਾਂ, ਪਰਮਾਤਮਾ ਦੀ ਭਗਤੀ ਕਰਨ ਵਾਲੇ ਦੀ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦੀ ਕੋਈ ਜਾਤ ਨਹੀਂ ਹੈ। ਉਹ ਸਾਧ ਸੰਗਤ ਪਰਮਾਤਮਾ ਦੇ ਵਿੱਚ ਰਮਿਆ ਹੋਇਆ ਸਭ ਤੋਂ ਉੱਚਾ ਹੈ। ਤੇ ਜੇ ਕੋਈ ਨੀਵਾਂ ਹੈ, ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਕਹਿੰਦੇ ਭਾਈ ਉਹ ਨੀਵਾਂ ਹੈ ਜਿਹੜਾ ਇਸ ਸੰਸਾਰ ਦੇ ਵਿੱਚ ਆ ਕੇ ਪਰਮਾਤਮਾ ਦੀ ਭਗਤੀ ਨਹੀਂ ਕਰਦਾ। ਮਹਾਰਾਜ ਕਹਿੰਦੇ ਫਿਰ ਯਾਦ ਰੱਖ, ਉਹ ਤਾਂ ਇਹੋ ਜਿਹਾ ਹੈ ਜਿਵੇਂ ਪਸ਼ੂ ਢੋਰ ਹੁੰਦੇ ਨੇ। ਮੈਂ ਰਮਤਾ ਦੇ ਵਿੱਚ ਬਚਨ ਕੀਤਾ ਸੀ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ। ਮਹਾਰਾਜ ਕਹਿੰਦੇ ਜਿਵੇਂ ਢੋਰ ਪਸ਼ੂ ਹੈ, ਕਹਿੰਦੇ ਜੇ ਉਹਨਾਂ ਨੇ ਆ ਕੇ ਪਰਮਾਤਮਾ ਨੂੰ ਨਹੀਂ ਜਪਿਆ ਨਾ, ਉਹਨਾਂ ਦਾ ਜੀਵਨ ਮਹਾਰਾਜ ਕਹਿੰਦੇ ਪਸ਼ੂਆਂ ਦੀ ਤਰ੍ਹਾਂ ਹੈ। ਇੱਥੇ ਤੱਕ ਗੁਰਬਾਣੀ ਨੇ ਸਾਸਨ ਬਚਨ ਕੀਤੇ ਜੋ ਆਪਾਂ ਪੜ੍ਹਦੇ ਹਾਂ, ਤੇ ਮਹਾਰਾਜ ਕਹਿੰਦੇ ਯਾਦ ਰੱਖ ਬੰਦਿਆ, ਜੇ ਤੇਰੇ ਅੰਦਰ ਬੰਦਗੀ ਨਹੀਂ ਨਾ, ਫਿਰ ਤੇਰੇ ਨਾਲ ਪਸ਼ੂ ਚੰਗਾ ਆ। ਤੁਹਾਨੂੰ ਸ਼ਬਦ ਯਾਦ ਹੋਵੇਗਾ ਸਾਧ ਸੰਗਤ। ਮਹਾਰਾਜ ਜੀ ਆਖਦੇ ਨੇ, ਕਹਿੰਦੇ ਪਸ਼ੂ ਮਿਲੈ ਚੰਗਿਆਈਆਂ। ਸਾਰੇ ਪੜ੍ਹੋ ਜੀ ਮਗਰ, ਪਸ਼ੂ ਮਿਲੈ ਚੰਗਿਆਈਆਂ, ਪਸ਼ੂ ਮਿਲੈ ਚੰਗਿਆਈਆਂ। ਖੜ ਖਾਵੇ ਅੰਮ੍ਰਿਤ ਦੇਹ, ਖੜ ਖਾਵੇ ਅੰਮ੍ਰਿਤ, ਖੜ ਖਾਵੇ ਅੰਮ੍ਰਿਤ। ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ। ਨਾਮ ਬਿਹੂਣੇ ਆਦਮੀ,
ਤ੍ਰਿਗ ਜੀਵਨ ਕਰਮ ਕਰਹਿ, ਨਾਮ ਬਿਹੂਣੇ ਆਦਮੀ। ਤ੍ਰਿਗ ਜੀਵਨ ਕਰਮ ਕਰਹਿ। ਹੁਣ ਆ ਸ਼ਬਦ ਦੇ ਅਰਥ ਕਰਨ ਦੀ ਲੋੜ ਨਹੀਂ ਹੈ ਜੀ। ਮਹਾਰਾਜ ਕਹਿੰਦੇ ਸੱਜਣਾ, ਪਸ਼ੂ ਮਿਲੈ ਚੰਗਿਆਈਆਂ, ਹੜ ਖਾਵੇ ਅੰਮ੍ਰਿਤ ਦੇ। ਕਹਿੰਦੇ ਪਸ਼ੂ ਆਪਣੇ ਮਾਲਕ ਲਈ ਇੰਨਾ ਵਫਾਦਾਰ ਹੈ ਨਾ, ਸੁੱਕੇ ਪੱਠੇ ਖਾ ਕੇ, ਹੜ ਖਾ ਕੇ, ਭੁੱਸਾ ਖਾ ਕੇ, ਕਹਿੰਦੇ ਫਿਰ ਵੀ ਅੰਮ੍ਰਿਤ ਵਰਗਾ ਦੁੱਧ ਦਿੰਦਾ ਵੀ ਮੇਰੇ ਮਾਲਕ ਦੇ ਬੱਚੇ ਪਲ ਜਾਣ। ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ। ਮਹਾਰਾਜ ਕਹਿੰਦੇ ਜਿਸ ਮਾਲਕ ਨੇ ਤੈਨੂੰ ਪਾਲਿਆ, ਤੂੰ ਉਹਦੀ ਸਿਫਤ ਕਰਨ ਤੋਂ ਵੀ ਜਾਂਦਾ ਲੱਗਿਆ, ਉਹਦੀ ਬੰਦਗੀ ਕਰਨ ਤੋਂ ਵੀ ਜਾਂਦਾ ਲੱਗਿਆ। ਮਹਾਰਾਜ ਕਹਿੰਦੇ ਧ੍ਰਿਗ ਜੀਵਨ, ਤੇਰੇ ਜੀਵਨ ਤੇ ਧਿਰਕਾਰ ਹੈ, ਕਰਮ ਕਰੇ। ਮਹਾਰਾਜ ਕਹਿੰਦੇ ਤੇਰੇ ਕਰਮਾਂ ਤੇ ਧਿਰਕਾਰ ਹੈ ਤੇ ਜੀਵਨ ਤੇ ਧਿਰਕਾਰ ਹੈ, ਜੇ ਇੰਨਾ ਸੋਹਣਾ ਜਨਮ ਲੈ ਕੇ ਵੀ ਤੂੰ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਿਆ। ਇਹਨੂੰ ਸਾਧ ਸੰਗਤ ਨਹੀਂ ਆਖਿਆ ਪਾਤਸ਼ਾਹ ਨੇ। ਗੁਰੂ ਕਿਰਪਾ ਕਰੇ ਸਾਧ ਸੰਗਤ ਆਪਾਂ ਨਾਮ ਦੇ ਨਾਲ ਜੁੜੀਏ, ਬੰਦਗੀ ਦੇ ਨਾਲ ਜੁੜੀਏ। ਵਾਰ-ਵਾਰ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰੂ ਕੇ ਜਹਾਜ਼ੇ ਚੜੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਨ੍ਹਾਂ ਨੇ ਕੇਸ ਨਹੀਂ ਰੱਖੇ, ਕੇਸ ਰੱਖੋ। ਸਾਧ ਸੰਗਤ ਖੜਿਆ ਪਾਣੀ ਨਾ ਬਦਬੂ ਮਾਰਨ ਲੱਗ ਪੈਂਦਾ ਜੀ। ਜੇ ਪਾਣੀ ਚੱਲਦਾ ਹੋਵੇ ਨਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਜਿਸ ਵਕਤ ਨਾ ਜੀ ਪਹਾੜਾਂ ਵਿੱਚ ਮੀਂਹ ਪੈਂਦਾ ਹੈ ਤੇ ਕਹਿੰਦੇ ਉਹ ਪਾਣੀ ਚੱਲਦਾ ਚੱਲਦਾ ਹੌਲੀ ਹੌਲੀ ਨਦੀਆਂ ਨਾਲਿਆਂ ਰਾਹੀਂ ਗੰਦਾ ਹੋ ਜਾਂਦਾ, ਟੋਭਿਆਂ ਰਾਹੀਂ ਫਿਰ ਕਹਿੰਦੇ ਗੰਦਾ ਪਾਣੀ ਨਾ ਉਹ ਬੜਾ ਬਦਬੂਦਾਰ ਹੋ ਜਾਂਦਾ ਜੀ। ਪਰ ਕਹਿੰਦੇ ਜੇ ਉਹੀ ਪਾਣੀ ਚੱਲਦਾ ਚੱਲਦਾ ਕਿਸੇ ਦਰਿਆ ਵਿੱਚ ਪੈ ਜਾਵੇ, ਕਿਸੇ ਸੁਰਸਰੀ ਵਿੱਚ ਪੈ ਜਾਵੇ, ਫਿਰ ਕਹਿੰਦੇ ਉਹੀ ਪਾਣੀ ਅੰਮ੍ਰਿਤ ਬਣ ਜਾਂਦਾ ਹੈ। ਉਹੀ ਪਾਣੀ ਫਿਰ ਸਾਧ ਸੰਗਤ ਸਾਡੇ ਕੰਮ ਵਿੱਚ ਆ ਜਾਂਦਾ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਜਿਵੇਂ ਨਾ ਜਿਹੜਾ ਜਲ ਹੈ ਸਾਧ ਸੰਗਤ ਜਦੋਂ ਚੱਲਦੇ ਦਰਿਆ ਵਿੱਚ ਪੈ ਜਾਵੇ ਜੀ, ਜਿਉਂ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਵੈ ਵਿੱਚ ਸੁਰਸਰੀ। ਜਿਉਂ ਗਲੀਆਂ ਨਾਲਿਆਂ ਟੋਭਿਆਂ ਕਾ ਜਲ। ਹੁਣ ਤੁਸੀਂ ਸਾਧ ਸੰਗਤ, ਚਲੋ ਆਪਾਂ ਪਿੰਡਾਂ ਵਾਲੇ ਬੈਠੇ ਹਾਂ ਜੀ, ਕਦੇ ਗਲੀ ਦੇ ਪਾਣੀ ਨਾਲ ਵੀ ਕਦੇ ਕਿਸੇ ਨੇ ਕੱਪੜੇ ਧੋਤੇ ਆ, ਕਦੇ ਨਾਲੀ ਦੇ ਪਾਣੀ ਨਾਲ ਕੱਪੜੇ ਧੋਤੇ ਆ। ਜਿਉਂ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਹੁਣ ਇਹਨੂੰ ਲੋਕ ਗੰਦਾ ਗਿਣਦੇ ਆ। ਕਹਿੰਦੇ ਜਾਏ ਪਵੈ ਵਿੱਚ ਸੁਰਸਰੀ। ਸੁਰਸਰੀ ਦਾ ਅਰਥ ਹੈ ਨਦੀ। ਕਹਿੰਦੇ ਕਿਸੇ ਨਦੀ ਵਿੱਚ ਪੈ ਜਾਵੇ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਦੋਂ ਕਹਿੰਦੇ ਉਹ ਗੰਦਾ ਪਾਣੀ ਸੁਰਸਰੀ ਚੱਲਦੇ ਪਾਣੀ ਵਿੱਚ ਪੈ ਜਾਂਦਾ ਨਾ, ਫਿਰ ਚੱਲਦਾ ਪਾਣੀ ਉਹਦੀ ਮੈਲ ਧੋ ਦਿੰਦਾ ਹੈ। ਫਿਰ ਸਾਧ ਸੰਗਤ ਮਿਲਤ ਪਵਿੱਤਰ ਪਾਵਨ ਹੋਏ ਜਾਵੇ, ਕਹਿੰਦੇ ਉਹ ਗੰਦਾ ਪਾਣੀ ਵੀ ਪਾਵਨ ਹੋ ਜਾਂਦਾ ਹੈ। ਇਸ ਕਰਕੇ ਜੇ ਆਪਾਂ ਜ਼ਿੰਦਗੀ ਵਿੱਚ ਖੜੇ ਰਹੇ ਨਾ ਜੀ, ਫਿਰ ਬੇਨਤੀ, ਖੜਾ ਪਾਣੀ ਸਾਧ ਸੰਗਤ ਬਦਬੂ ਮਾਰਨ ਲੱਗ ਪੈਂਦਾ ਹੈ। ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਤੋਂ ਅੱਗੇ ਤੁਰਨੇ ਪੈਣਾ, ਕਦਮ ਕਦਮ ਸਾਧ ਸੰਗਤ ਅੱਗੇ ਵਧਣੇ ਪੈਣਾ ਹੈ। ਇਹ ਬੇਨਤੀ ਪ੍ਰਵਾਨ ਕਰਿਓ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬੜੀ ਇਕਾਗਰਤਾ ਸਹਿਤ ਵਿਚਾਰ ਸ਼੍ਰਵਣ ਕੀਤੀ ਹੈ। ਵਿਚਾਰ ਕਰਦਿਆਂ ਸਾਧ ਸੰਗਤ ਮੇਰੇ ਪਾਸੋਂ ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਆਪ ਜੀ ਬਖਸ਼ ਦਿਓ। ਗੁਰੂ ਕਿਰਪਾ ਕਰੇ ਸਾਧ ਸੰਗਤ, ਹਜੇ ਜਿਹੜੇ ਕੱਲ ਦਾ ਦੀਵਾਨ 31 ਤਰੀਕ ਦਾ ਤੇ 1 ਤਰੀਕ ਸਵੇਰ ਦਾ ਦੀਵਾਨ ਤੇ 1 ਤਰੀਕ ਸ਼ਾਮ ਦਾ ਦੀਵਾਨ, 3 ਦੀਵਾਨ ਬਾਕੀ ਹੈ ਜੀ। ਤੇ ਆਪ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ, ਸਾਰਿਆਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਕੱਲ ਦੇ ਦੀਵਾਨ ਅੰਦਰ ਤੇ ਅੰਮ੍ਰਿਤ ਵੇਲੇ ਦੀਵਾਨ ਦੇ ਅੰਦਰ ਆਪਾਂ ਆਸਾ ਕੀ ਵਾਰ ਜੋ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਹੈ, ਇਸ ਦੀ ਵਿਚਾਰ ਸਾਧ ਸੰਗਤ ਜਿੰਨੀ ਕੁ ਹੋ ਸਕੇ ਆਪਾਂ ਕਰਨ ਦਾ ਯਤਨ ਕਰਾਂਗੇ। ਤੇ ਆਓ ਸਾਰਿਆਂ ਨੇ ਹਾਜ਼ਰੀ ਭਰਨੀ। ਆਓ ਸਾਧ ਸੰਗਤ ਹੁਣ ਆਪਾਂ ਨਾਮ ਸਾਹਿਬ ਦਾ ਪਾਠ ਕਰਕੇ ਫਿਰ 2-4 ਮਿੰਟ ਵਾਸਤੇ ਵਾਹਿਗੁਰੂ ਦਾ ਸਿਮਰਨ ਜੀ ਕਰੋ ਕਿਰਪਾ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ। ਮਨ ਵਜੀਆਂ ਰਾਗ ਰਤਨ ਪਰਵਾਰ ਭਰੀਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ।
ਹਰ ਨਾਲ ਰਹੋ ਤੂੰ ਮਨ, ਮੇਰੇ ਦੁਖ ਸਭ ਅੰਗੀਕਾਰੋ ਕਰੇ, ਤੇਰਾ ਕਾਰਜ ਸਭ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਕਹੈ ਨਾਨਕ ਮਨ, ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ ਕਰ, ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਸਦਾ ਸਿਵਤ ਸਲਾਹ ਤੇਰੀ। ਨਾਮ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ। ਗੁਰੂ ਵਿਟਹਾਉ ਜਿਸ ਦੀਆਂ ਕਹੈ ਨਾਨਕ, ਸੁਣੋ ਸੰਤੋ ਸ਼ਬਦ ਧਰੋ ਪਿਆ। ਸਾਚਾ ਨਾਮ ਮੇਰਾ ਬਾਜੇ ਪੰਜ ਸ਼ਬਦ, ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਕਲਾ ਜਿਤ ਕਰ। ਪੰਚ ਦੂਤ ਦਵਸ ਕੀਤੇ, ਕਾਲ ਕੰਟ ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰਿ ਕੈ, ਕਹੈ ਨਾਨਕ ਤਹ ਸੁਖ ਹੋਆ ਤਿਤ ਘਰ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਬਿਨਵੰਤ। ਨਾਨਕ ਗੁਰ ਚਰਨ ਲਾਗੇ ਵਾਜੇ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਬਿਨਵੰਤ। ਨਾਨਕ ਗੁਰ ਚਰਨ ਲਾਗੇ ਵਾਜੇ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ। ਦਿਵਸ ਰਾਤ ਦੋਇ ਦਾਈ, ਦਇਆ ਖਿਲੇ ਸਗਲ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਕਰਮੀ ਆਪੋ ਆਪਣੀ ਕੇ ਨੇੜੇ ਕੇ। ਜਿਨੀ ਨਾਮ ਧਿਆਇਆ ਗਏ ਮਸ਼ਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਜਿਨੀ ਨਾਮ ਧਿਆਇਆ ਗਏ ਮਸ਼ਕਤ, ਨਾਨਕ ਤੇ ਮੁਖ ਕੀਤੀ ਛੁਟੀ। 5 ਮਿੰਟ ਵਾਸਤੇ ਆਪਣੀ ਸੁਰਤ ਨੂੰ ਜੋੜ ਕੇ ਬੈਠੇ ਹੋ, ਕੋਸ਼ਿਸ਼ ਕਰਿਓ ਆਪਾਂ ਇੱਕ ਦੂਸਰੇ ਨੂੰ ਨਾ ਦੇਖੀਏ, ਅੱਖਾਂ ਬੰਦ ਕਰਕੇ ਆਪਣੀ ਸੁਰਤ ਨੂੰ ਇਕਾਗਰ ਕਰਕੇ ਆਪਣੇ ਕਹੇ ਹੋਏ ਨੂੰ ਆਪ ਸੁਣਨ ਦਾ ਯਤਨ ਕਰਨਾ ਜੀ। ਉਚਾਰਨ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।